ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਆ ਕਿ ਅੱਜ ਫਰਾਈਡੇ ਆ ਅਤੇ ਅੱਜ ਯੂਜਲੀ ਅਸੀਂ ਲੀਗਲ ਸੋਲੂਸ਼ਨ ਸਟੂਡੀਓ ਵਿੱਚੋਂ ਕਰੀਦੀ ਆ, ਪਰ ਕਰੋਨਾ ਵਾਇਰਸ ਦੀ ਸਿਚੁਏਸ਼ਨ ਕਰਕੇ ਅਸੀਂ ਘਰੋਂ ਕਰ ਰਿਹਾ ਮੈਂ। ਸੋ ਅੱਜ ਦੀ ਜੋ ਲੇਟੈਸਟ ਖਬਰ ਆ, ਲੇਟੈਸਟ ਐਡਵਾਈਸ ਆ, ਅਤੇ ਤੁਹਾਨੂੰ ਦੇਵਾਂਗੇ ਔਨ ਇੱਦਾਂ ਇਸ ਰਾਹੀਂ। ਅਨਫੋਰਚੂਨੇਟਲੀ ਫੋਨ ਕਾਲਸ ਨਹੀਂ ਲੈ ਸਕਦੇ ਇਸ ਵੇਲੇ, ਸੋ ਉਹਦੀ ਫੈਸਿਲਿਟੀ ਹੈ ਨਹੀਂ ਸਾਡੇ ਕੋਲ। ਸੋ ਇਹ ਬੜੇ ਔਖੇ ਹੋ ਗਏ ਘਰ ਇਕੁਇਪਮੈਂਟ ਮੰਗਾ ਕੇ, ਪਿੱਛੇ ਐਕਸਟੈਂਸ਼ਨ ਸਟੂਡੀਓ ਜਾਂ ਬਣਾ ਕੇ ਤਾਂ ਇਹ ਤੁਹਾਨੂੰ ਸ਼ੋਅ ਲੈ ਕੇ ਆ ਰਹੇ ਹਾਂ। ਹੋਪਫੁਲੀ ਤੁਸੀਂ ਸੁਰੱਖਿਅਤ ਹੋਵੋਗੇ ਅਤੇ ਹੋਪਫੁਲੀ ਤੁਸੀਂ ਸੇਫ ਹੋਵੋਗੇ। ਜੋ ਗੌਰਮੈਂਟ ਅਤੇ ਡਾਕਟਰ ਦੀ ਗਾਈਡਲਾਈਨਸ ਆ ਉਹਦੇ ਹਿਸਾਬ ਨਾਲ ਚੱਲਣਾ ਹੈ। ਪਹਿਲਾਂ ਤਾਂ ਜੀ ਉਹਨਾਂ ਨੂੰ ਸ਼ਰਧਾਂਜਲੀ ਦੇ ਦਈਏ ਜਿਹੜੇ ਲੋਕ ਸਾਡੇ 'ਚ ਨਹੀਂ ਰਹੇ, ਕਿਉਂਕਿ UK ਦੇ ਵਿੱਚ ਬੜੀ ਸਪੀਡੀ ਦੇ ਨਾਲ, ਬੜੀ ਤੇਜ਼ੀ ਦੇ ਨਾਲ ਲੋਕਾਂ ਦੇ ਦੇਹਾਂਤ ਹੋ ਰਹੇ ਆ। ਅਤੇ ਅੱਜ ਫਰਾਈਡੇ 17 ਅਪ੍ਰੈਲ ਆ। ਅੱਜ ਦੇ ਫਿਗਰਸ ਤੁਹਾਨੂੰ ਦੱਸ ਦਈਏ ਕਿ ਜੀ ਕੀ ਆ। ਅੱਜ ਜੀ 847 ਲੋਕ ਪੂਰੇ ਹੋਏ ਪਿਛਲੇ 24 ਘੰਟਿਆਂ ਦੇ ਵਿੱਚ। ਪੂਰੇ UK ਦਾ ਟੋਟਲ ਹੈਗਾ ਆ 14,576 ਜੋ ਪੂਰੇ ਹੋ ਚੁੱਕੇ ਕਰੋਨਾ ਵਾਇਰਸ ਦੇ ਸ਼ਿਕਾਰ ਬਣ ਚੁੱਕੇ ਆ। 14,500 ਲੋਕ, ਜਿਨ੍ਹਾਂ ਵਿੱਚੋਂ ਬੁੜੇ ਵੀ ਆ, ਬੱਚੇ ਵੀ ਆ, ਯੂਥ ਵੀ ਆ, ਮਿਡਲ ਏਜਡ ਵੀ ਆ ਸਾਡੇ ਵਰਗੇ, ਅਤੇ ਬਹੁਤ ਲੋਕ ਜੀ ਪੂਰੇ ਹੋ ਰਹੇ। ਅਤੇ ਤਕਰੀਬਨ ਪਿਛਲੇ 4-5 ਦਿਨਾਂ ਦਾ ਸਿਲਸਿਲਾ ਹੀ ਹੈ ਕਿ 700-800 ਬੰਦਾ ਪੂਰਾ ਹੁੰਦਾ ਹੀ ਹੈ ਜੀ। ਇਹ ਜੀ ਇਹਦੇ 'ਚ ਫਿਗਰ ਜੋ ਨਿਕਲੇ ਹੈਗੇ ਆ ਉਹ ਬੜੇ ਸ਼ੌਕਿੰਗ ਹੈਗੇ ਆ ਜੀ, ਕਿ ਜਿਹੜੇ ਪੂਰੇ ਹੋਏ ਆ ਉਹਨਾਂ 'ਚੋਂ 30 ਹਿੱਸਾ 33% ਬਲੈਕ ਐਂਡ ਮਾਈਨੋਰਿਟੀ ਦੇ ਗਰੁੱਪਾਂ ਦੇ ਵਿੱਚੋਂ ਨਿਕਲੇ ਆ, BAME ਜਿਹਨਾਂ ਨੂੰ ਅਸੀਂ ਕਹਿੰਦੇ ਹਾਂ। ਸੋ ਮਤਲਬ ਕਿ ਨੌਨ ਗੋਰੇ ਜੋ ਹੈਗੇ ਆ, 30 ਹਿੱਸਾ ਨੌਨ ਗੋਰੇ ਜੋ ਹੈਗੇ ਪੂਰੇ ਹੁੰਦੇ ਆ। ਔਰ ਇਹ ਹਾਈ ਆ ਕਿਉਂਕਿ ਇਸ ਮੁਲਕ ਵਿੱਚ ਅਸੀਂ ਜਿਹੜੇ ਲੋਕ ਆ ਸਿਰਫ 13% ਪਾਪੂਲੇਸ਼ਨ ਬਣਦੀ ਹੈ, ਅਤੇ ਉਸ ਹਿਸਾਬ ਨਾਲ ਜਿੰਨੀਆਂ ਮੌਤਾਂ ਹੋਈਆਂ ਉਹਦੇ 'ਚ 33% ਆ। ਸੋ ਇਹਦੇ ਨਾਲ ਜੀ ਉਹ ਗਲਤ ਫਹਿਮੀਆਂ ਸਾਰੀਆਂ ਦੂਰ ਹੋ ਜਾਂਦੀਆਂ। ਜਿਹੜੇ ਲੋਕ ਕਹਿੰਦੇ ਕਿ ਜੀ ਆਪਣੇ ਬੰਦਿਆਂ ਨੂੰ ਨਹੀਂ ਹੁੰਦੀਆਂ, ਸਾਡੀ ਖੁਰਾਕਾਂ ਡਿਫਰੈਂਟ ਹੈ, ਸਾਨੂੰ ਨਹੀਂ ਹੁੰਦੀਆਂ। ਜੋ ਰਿਸਰਚ ਕੀਤੀ ਗਈ ਆ, ਔਰ ਇਨਫੈਕਟ ਇੰਨੀ ਗੰਭੀਰਤਾ 'ਤੇ ਸਿਚੁਏਸ਼ਨ ਹੋ ਚੁੱਕੀ ਆ ਕਿ ਗਵਰਨਮੈਂਟ ਨੇ ਅਫੀਸ਼ੀਅਲ ਇਨਕੁਆਇਰੀ ਕਰ ਦਿੱਤੀ ਹੈ ਇਸ ਸਿਚੁਏਸ਼ਨ ਵਿੱਚ ਕਿ ਸਾਡੇ ਤਰ੍ਹਾਂ ਦੇ ਲੋਕ ਜਾਂ ਸਾਡੇ ਰੰਗ ਦੇ ਲੋਕ ਕਿਉਂ ਜ਼ਿਆਦਾ ਪੂਰੇ ਹੋ ਰਹੇ ਆ ਬਿਮਾਰੀ 'ਚ। ਸੋ ਇੱਥੇ ਹੱਦ ਤੱਕ ਇਹ ਜ਼ਿਆਦਾ ਵੱਧ ਚੁੱਕੀ ਆ ਜੀ ਕਿ ਗੌਰਮੈਂਟ ਨੇ ਇਨਕੁਆਇਰੀ ਕਰਤੀ, ਅਤੇ ਬਹੁਤ ਲੋਕ ਸ਼ਾਇਦ ਤੁਹਾਨੂੰ ਵੀ ਜਾਣਦੇ ਆ, ਸਾਨੂੰ ਵੀ ਜਾਣਦੇ ਆ, ਜੋ ਇਸ ਦੁਨੀਆ ਵਿੱਚ ਨਹੀਂ ਰਹੇ। ਇਹਦੇ ਕਰਕੇ ਜ਼ਿਆਦਾ ਇਹਦੇ ਵਿੱਚ ਜੋ ਲੋਕ ਕਹਿ ਰਹੇ ਆ ਕਿ ਕਿਉਂ ਹੋ ਰਹੇ ਆ, ਕੁਛ ਜ਼ਿਆਦਾ ਸਾਡੀ ਖੁਰਾਕਾਂ ਕਰਕੇ, ਕੁਛ ਜ਼ਿਆਦਾ ਕਰਕੇ ਕਿ ਸਾਨੂੰ ਬਿਮਾਰੀਆਂ ਬਹੁਤ ਪਹਿਲਾਂ ਲੱਗੀਆਂ, ਜਿੱਦਾਂ ਡਾਇਬੀਟੀਜ਼ ਜਿਹਨੂੰ ਅਸੀਂ ਸ਼ੂਗਰ ਕਹਿ ਦਿੰਦੇ ਹਾਂ, ਬਲੱਡ ਪ੍ਰੈਸ਼ਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਇੱਕ ਕੋਲੈਸਟਰੋਲ ਮਤਲਬ ਫੈਟੀ ਚੀਜ਼ਾਂ ਜਿਹੜੀ ਖਾਂਦੀਆਂ ਉਹ, ਅਤੇ ਸਾਹ, ਐਸਥਮਾ, ਇਹ ਚੀਜ਼ਾਂ ਸਾਨੂੰ ਲੱਗੀਆਂ ਪਹਿਲਾਂ। ਹਾਰਟ ਡਿਜ਼ੀਜ਼, ਦਿਲ ਦੀ ਬਿਮਾਰੀਆਂ ਅਤੇ ਦਿਲ ਦੇ ਰੋਗ। ਮੈਂ ਇਹ ਨਹੀਂ ਕਹਿੰਦਾ ਕਿ ਕੋਈ ਕੁੜੀ ਤੁਹਾਨੂੰ ਛੱਡ ਕੇ ਭੱਜ ਗਈ, ਉਹ ਦਿਲ ਦਾ ਰੋਗ ਪ੍ਰੋਪਰ ਕਿ ਨਾੜੀਆਂ ਬਲੋਕਡ ਆ ਤੁਹਾਡੀਆਂ ਜੋ ਹੈਗੀਆਂ ਆ, ਜਾਂ ਤੁਹਾਨੂੰ ਹਾਰਟ ਅਟੈਕ ਹੋ ਚੁੱਕੇ ਆ। ਸੋ ਇਹਦੇ ਵਿੱਚ ਸਾਨੂੰ ਜ਼ਿਆਦਾ ਪ੍ਰੋਬਲਮਾਂ ਆ, ਤਾਂ ਸਾਡੀ ਕਮਿਊਨਿਟੀ ਨੂੰ ਇਹ ਜ਼ਿਆਦਾ ਅਸਰ ਕਰ ਰਹੀ ਹੈ। ਕੁਛ ਇਹ ਕਹਿ ਰਹੇ ਆ, ਕੁਛ ਲੋਕ ਇਹ ਕਹਿ ਰਹੇ ਆ ਕਿਉਂਕਿ ਜਿਹੜੀਆਂ ਜੋਬਾਂ ਦੇ ਵਿੱਚ ਇਸ ਵੇਲੇ ਲੋਕ ਆ ਉਹਦੇ ਵਿੱਚ ਜ਼ਿਆਦਾ ਏਸ਼ੀਅਨ ਅਤੇ ਐਥਨਿਕ ਮਾਈਨੋਰਿਟੀ ਆ, ਜਿੱਦਾਂ ਟਰਾਂਸਪੋਰਟ ਹੋ ਗਿਆ, ਨਰਸਿੰਗ ਹੋ ਗਏ, ਕੇਅਰ ਹੋਮਾਂ ਦੇ ਵਿੱਚ ਹੋ ਗਏ, ਜ਼ਿਆਦਾ ਬਹੁਤ ਫੋਰਨਰਸ ਇਸ ਜੋਬਾਂ ਵਿੱਚ ਕੰਮ ਕਰਦੇ ਆ, ਤਾਂ ਉਹਨਾਂ ਨੂੰ ਇਹ ਬਿਮਾਰੀਆਂ ਲੱਗ ਰਹੀਆਂ, ਤਾਂ ਉਹ ਬਿਮਾਰੀਆਂ ਕਰਕੇ ਉਹ ਪੂਰੇ ਹੋ ਰਹੇ ਆ। ਸੋ ਇਹਦੇ ਵਿੱਚ ਕਾਫੀ ਜੋ ਹੈਗੇ ਆ ਥਿਊਰੀ ਹੈਗੀ ਹੈ, ਪਰ ਇੱਕ ਚੀਜ਼ ਹੀ ਤੈਅ ਆ, ਉਹ ਹੈਗੀ ਆ ਕਿ ਸਾਡੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਇਸ ਬਿਮਾਰੀ ਦਾ ਖਤਰਾ ਹੈ। ਔਰ ਕਿੱਥੇ 4-5 ਹਫ਼ਤੇ ਪਹਿਲਾਂ ਤੁਸੀਂ ਕਹਿ ਰਹੇ ਸੀ, ਆਪਾਂ ਤਾਂ ਨਹੀਂ ਕੁਛ ਕਿਹਾ, ਆਪਾਂ ਤਾਂ ਪਹਿਲਾਂ ਹੀ ਕਿਹਾ ਕਿ ਬੈਠੋ। ਮੈਨੂੰ ਤਾਂ 5 ਹਫ਼ਤੇ ਹੋ ਗਏ ਹੁਣ ਗੋਗਾ ਗਾਉਂਦੇ ਨੂੰ ਕਿ ਬੈਠੋ ਘਰ, ਖਾਸ ਤੌਰ 'ਤੇ ਸਿਆਣਿਆਂ ਨੂੰ। ਤੁਸੀਂ ਕਹਿੰਦੇ ਸੀ ਨਹੀਂ ਜੀ ਖੰਡ ਪਾਠਾਂ 'ਤੇ ਜਾਣਾ, ਕੁਛ ਨਹੀਂ ਹੁੰਦਾ, ਆਪਾਂ ਤਾਂ ਸ਼ਾਪਿੰਗ ਕਰਨੀ ਹੈ ਜੀ, ਅਦਰਕ ਲਸਣ ਲੈਣ ਜਾਇਆ ਕਰਨਾ। ਮੈਂ ਤਾਂ ਜੀ ਜਾਣਾ ਜਿੰਦੋ ਦੇ ਘਰ। ਆਹ ਦੇਖ ਲਓ ਜੀ, ਸਭ ਤੋਂ ਜ਼ਿਆਦਾ ਮੌਤਾਂ ਇੱਕ ਕਹਿ ਸਕਦੇ ਕਿ ਉਹਦੇ ਵਿੱਚ ਲਾਪਰਵਾਹੀ ਕਰਕੇ।
इस हद तक भी मैं तुहानूं कह सकदा हां कि मेरे ख्याल है, निजी ख्याल है कि ਜਿਹੜੇ ਸਾਡੇ ਸਥਾਨ ਹੈ, ਧਾਰਮਿਕ ਸਥਾਨ, ਉਹਨਾਂ ਨੇ ਜਲਦੀ ਬੰਦ ਨਹੀਂ ਕੀਤਾ। ਉਹਨਾਂ ਨੂੰ ਉਸੇ ਵੇਲੇ ਬੰਦ ਕਰ ਦੇਣਾ ਚਾਹੀਦਾ ਸੀ ਜਦੋਂ ਇਹਨਾਂ ਨੇ ਕਹਿਤਾ ਸੀ ਇਹ ਇਕੱਠੇ ਨਹੀਂ ਹੋਣਾ। ਉਹਨਾਂ ਨੇ ਵੇਟ ਕੀਤੀ ਜਦ ਤੱਕ ਗਵਰਨਮੈਂਟ ਨੇ ਲੋਕਡਾਊਨ ਨਹੀਂ ਕੀਤਾ। ਜਿਸ ਦਿਨ ਗਵਰਨਮੈਂਟ ਨੇ ਲੋਕਡਾਊਨ ਕੀਤਾ ਨਾ, ਉਸ ਦਿਨ ਤੱਕ 100, 200, 300 ਬੰਦਾ ਇਕੱਠਾ ਬਹਿ ਰਿਹਾ ਸੀਗਾ। ਔਰ ਉਹਨਾਂ ਚੋਂ ਬਹੁਤ ਬੰਦੇ ਹੁਣ ਸਾਡੇ 'ਚ ਨਹੀਂ ਰਹੇ, ਖਾਸ ਤੌਰ 'ਤੇ ਈਲਿੰਗ ਦੇ ਇਲਾਕੇ 'ਚ, ਵੋਲਵਰਹੈਂਪਟਨ ਦੇ ਇਲਾਕੇ 'ਚ, ਬਰਮਿੰਘਮ ਦੇ ਇਲਾਕੇ 'ਚ, ਵੱਡੇ ਵੱਡੇ ਜਿੱਥੇ ਏਸ਼ੀਅਨ ਆਪਣੇ ਲੋਕ ਹੈ, ਲੰਡਨ ਦੇ ਇਲਾਕੇ 'ਚ, ਉਹ ਹੁਣ ਲੋਕ ਨਹੀਂ ਰਹੇ। ਮੇਰੇ ਖਿਆਲ ਨਾਲ ਕੋਈ ਜ਼ਿਆਦਾ ਰਿਸਪੋਂਸਿਬਿਲਿਟੀ ਨਹੀਂ ਦਿਖਾਈ ਗਈ। ਜਦੋਂ ਗੌਰਮੈਂਟ ਨੇ ਕਹਿਣਾ ਫਿਰ ਤਾਂ ਬੰਦ ਕਰਨਾ ਹੀ ਹੈ ਸਾਰਿਆਂ ਨੇ ਆਪਣੀਆਂ ਦੁਕਾਨਾਂ ਜਾਂ ਜੋ ਵੀ ਹੈਗਾ, ਪਰ ਧਾਰਮਿਕ ਸਥਾਨਾਂ 'ਤੇ ਜ਼ਿਆਦਾ ਲੋਕ ਜਿਹੜੇ ਇਕੱਠ ਹੁੰਦੇ ਆ 200, 300 ਬੰਦੇ 'ਤੇ, ਚਲੋ ਕਿਸੇ ਨੇ ਦਫ਼ਤਰ ਸ਼ਾਪ ਬੰਦ ਕੀਤੀ, ਉੱਥੇ 300 ਬੰਦਾ ਇੱਕ ਟਾਈਮ 'ਤੇ ਨਹੀਂ ਖੜਾ ਹੁੰਦਾ ਸਿਵਾਏ ਵੱਡੇ ਸੁਪਰ ਮਾਰਕੀਟਾਂ 'ਤੇ। ਪਰ ਆਹ ਜੋ ਹੈਗੀ ਆ ਇਹਦੇ ਕਰਕੇ ਵੀ ਕੁਛ ਇਹਨਾਂ ਦੀ ਸੋਚ ਹੈਗੀ ਕਿ ਸ਼ਾਇਦ ਇਹ ਬਹੁਤ ਐਕਸ਼ਨ ਲੇਟ ਕੀਤਾ ਹੈ ਜੋ ਸਾਡੇ ਧਾਰਮਿਕ ਸਥਾਨ ਹੈਗੇ। ਸੋ ਜਿਨ੍ਹਾਂ ਨੇ ਟਾਈਮ ਸਿਰ ਬੰਦ ਕਰ ਦਿੱਤੇ ਜੀ, ਉਹਨਾਂ ਨੂੰ ਤਾਂ ਵਧਾਈ ਦੇ ਸਕਦੇ ਕਿ ਜੀ ਅਕਲ ਵਾਲੀ ਗੱਲ ਕੀਤੀ ਆ। ਵੈਸੇ ਤਾਂ ਕਿਸੇ ਦੀ ਮੌਤ ਦੀ ਸਿਚੁਏਸ਼ਨ ਵਧਾਈਆਂ ਕਾਹਦੀਆਂ ਹੁੰਦੀਆਂ ਜੀ, ਪਤਾ ਹੀ ਆ। ਬਟ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਉਹਨਾਂ ਨੂੰ ਪਰਹੈਪਸ ਸੋਚਣਾ ਚਾਹੀਦਾ ਕਿ ਜੀ ਕਿਉਂ ਨਹੀਂ ਕੀਤਾ, ਅਸੀਂ ਕਾਹਦੇ ਕਰਕੇ ਕੀਤਾ, ਹੈ ਨਾ। ਕਿ ਹੁਣ ਉਹ ਕਹੋਗੇ ਨਹੀਂ ਜੀ ਸੰਗਤ ਦੀ ਇੱਛਾ ਸੀ, ਸੰਗਤ ਦੀ ਪ੍ਰੈਸ਼ਰ ਸੀਗੀ ਜੀ। ਹੁਣ ਤੁਹਾਨੂੰ ਲੰਬੜਦਾਰ ਤਾਂ ਹੀ ਬਣਾਇਆ ਕਿ ਤੁਸੀਂ ਉਸ ਵੇਲੇ ਡਿਸੀਜ਼ਨ ਲਓ ਕਿ ਕੀ ਸੰਗਤ ਦੇ ਹਿੱਤ ਵਿੱਚ ਹੈ ਕੀ ਨਹੀਂ। ਨਿਆਣਾ ਜਦੋਂ ਜਿੱਦ ਕਰਦਾ, ਮੇਰਾ ਨਿਆਣਾ ਤਾਂ ਕਹੂਗਾ ਕਿ ਜੀ ਮੈਂ ਸਵੀਟਾਂ ਸਾਰੇ ਦਿਨ ਖਾਣੀਆਂ, ਬ੍ਰੈਕਫਾਸਟ ਲਈ, ਡਿਨਰ ਲਈ, ਲੰਚ ਲਈ ਵੀ, ਅਤੇ ਮੈਂ ਤਾਂ ਸੌਣਾ ਵੀ ਸਵੀਟਾਂ ਦੇ ਮੱਗੇ ਦੇ ਨਾਲ ਆ। ਇਹਦਾ ਮਤਲਬ ਠੀਕ ਹੈ ਜੀ ਹੋਲਣ ਦੇ ਡੀ ਪ੍ਰੈਸ਼ਰ ਨਹੀਂ ਨਾ। ਅਸੀਂ ਕਦੇ ਆਪਣੇ ਬੱਚੇ ਨੂੰ ਜਿੱਦ ਨਹੀਂ ਕਰਨ ਦੇ ਦੀ, ਅਤੇ ਸੰਗਤ ਜਿਹੜੀ ਆ ਉਹ ਵੀ ਰੱਬ ਦੇ ਬੱਚੇ ਹੀ ਆ ਜੀ, ਹੈ ਨਾ। ਇਹ ਥੋੜ੍ਹਾ ਜਿਹਾ ਸੋਚਣ ਵਾਲੀ ਗੱਲ ਹੈ ਜੀ ਕਿ ਤੁਸੀਂ ਸਿਰਫ ਆਪਣੀ ਪੋਪੂਲੈਰਿਟੀ ਕਰਕੇ ਕਿ ਲੋਕਾਂ ਦੀ ਜਾਨਾਂ ਲਈਆਂ, ਉਹਦੇ ਵਿੱਚੋਂ ਇਨਫੈਕਸ਼ਨ ਫੈਲੀ ਜਿੱਥੇ ਇਕੱਠੇ ਲੋਕ ਹੁੰਦੇ। ਮੰਨੋ ਨਾ ਮੰਨੋ ਕਿ ਇਹ ਫੈਲਦੀ ਤਾਂ ਹੀ ਆ ਜਦੋਂ ਲੋਕ ਇਕੱਠੇ ਹੁੰਦੇ ਆ। ਇਕੱਲੇ ਬੰਦੇ ਨੂੰ ਇਹ ਫੈਲ ਨਹੀਂ ਸਕਦੀ ਬਿਮਾਰੀ। ਇਹ ਤਾਂ ਜਦੋਂ ਦੋ ਬੰਦੇ ਇਕੱਠੇ ਹੁੰਦੇ ਆ ਜਾਂ ਦੋ ਤੋਂ ਜ਼ਿਆਦਾ ਇਕੱਠੇ ਹੁੰਦੇ ਆ ਤਾਂ ਬਹਿ ਕੇ ਗੱਲਾਂ ਕਰਦੇ, ਨਜ਼ਦੀਕ ਬਹਿੰਦੇ ਆ, ਹੱਥ ਮਿਲਾਉਂਦੇ ਆ, ਜੱਫੀਆਂ ਪਾਉਂਦੇ ਆ, ਤਾਂ ਇਹ ਬਿਮਾਰੀ ਫੈਲਦੀ ਹੈ। ਸੋ ਉਹਦੇ ਵਿੱਚ ਇਹ ਥੋੜ੍ਹੀ ਸੋਚਣ ਵਾਲੀ ਗੱਲ ਆ। 14.5 ਜੀ ਮਰ ਗਏ UK ਦੇ ਵਿੱਚ। USA ਦਾ ਸੁਣਨਾ 33,000 ਪੂਰੇ ਹੋ ਚੁੱਕੇ। ਉਹਨਾਂ 'ਚੋਂ ਅੱਧੇ ਲਗਭਗ ਸਿਰਫ ਨਿਊਯਾਰਕ 'ਚ, ਸਭ ਤੋਂ ਜ਼ਿਆਦਾ ਨਿਊਯਾਰਕ, ਨਿਊ ਜਰਸੀ, ਮਿਸ਼ੀਗਨ, ਇਹ ਹੈਗੇ ਆ ਸਟੇਟਸ ਜੋ ਅਫੈਕਟਡ ਹੈਗੇ ਆ। ਔਰ ਹਲੇ ਵੱਧਦਾ ਜਾ ਰਿਹਾ। ਔਰ ਉੱਧਰ ਸਾਡੇ ਟਰੰਪ ਸਾਹਿਬ ਕਹਿੰਦੇ ਮੈਂ ਖੋਲ੍ਹ ਦੇਣਾ ਜੀ ਸਾਰਾ, ਕੋਈ ਗੱਲ ਨਹੀਂ। ਕਿ ਹੁਣ ਨੀਤੀ ਪਤਾ ਨਹੀਂ ਇਹਨਾਂ ਦੀ ਕੀ ਹੋਊ। ਇੰਨਾ ਮੈਨੂੰ ਪਤਾ ਆ ਕਿ ਜਿੰਨੇ ਵੀ ਪੋਲੀਟੀਸ਼ੀਅਨ ਆ, ਜਿੰਨੇ ਵੀ ਪ੍ਰਧਾਨ ਆ, ਜਿੰਨੇ ਵੀ ਲੰਬੜਦਾਰ ਆ, ਜਿਹੜੇ ਕਹਿੰਦੇ ਨਾ ਖੋਲ੍ਹ ਦਿਓ, ਉਹਨਾਂ ਦੇ ਬੱਚਿਆਂ ਨੂੰ ਕੁਛ ਨਹੀਂ ਹੋਇਆ, ਨਾ ਹੀ ਹੋਣਾ। ਉਹ ਆਪਣੀ ਪੂਰੀ ਸੁਰੱਖਿਆ ਕਰਕੇ ਬੈਠੇ ਆ। ਸੋ ਮੇਰੀ ਕਿਰਪਾ ਤਾਂ ਬੇਨਤੀ ਇਹੀ ਵੀ ਤੁਹਾਨੂੰ ਕਿਰਪਾ ਕਾਹਦੀ ਬੇਨਤੀ, ਮੈਂ ਕਹਿ ਸਕਦਾ ਕਿਰਪਾ ਕਿਹਾ ਹੋਇਆ, ਕਿਰਪਾ ਹੀ ਆ, ਕੋਈ ਫਰੀ ਦੀ ਸਲਾਹ ਦੇ ਰਿਹਾ, ਰਾਈਟ। ਉਹ ਵੀ ਅੱਜ ਕੱਲ੍ਹ ਕੋਈ ਦਿੰਦਾ ਨਹੀਂ। ਸਿਹਤ ਦੀ ਪੁੱਠੀ ਜਿੰਨੀ ਮਰਜ਼ੀ ਲੈ ਲਓ, ਆ ਵਟਸਐਪ 'ਤੇ ਸਾਰੀਆਂ ਪੁੱਠੀਆਂ ਹੀ ਆਉਣੀਆਂ। ਸੋ ਮੇਰੀ ਬੇਨਤੀ ਤੁਹਾਡੇ ਨਾਲ ਆ ਕਿ ਕਿਰਪਾ ਕਰਕੇ ਤੁਸੀਂ ਘਰਾਂ 'ਚ ਬੈਠੋ। ਜੋ ਪੋਲੀਟੀਸ਼ੀਅਨ ਕਹਿ ਰਹੇ ਆ ਬਾਹਲੀ ਉਹਦੀ ਗੱਲ ਨਹੀਂ ਸੁਣੀ ਦੀ, ਹਜੇ ਕੋਈ ਸਿਚੁਏਸ਼ਨ ਠੀਕ ਨਹੀਂ ਹੈਗਾ ਬਾਹਰ। ਤੁਹਾਨੂੰ ਜੇ ਲੱਗਦਾ ਨਾ ਠੀਕ ਹੈ, ਤਾਂ ਜਿਹੜੇ 850 ਲੋਕ ਕੱਲ੍ਹ ਮਰੇ ਆ ਨਾ ਆ ਪਿਛਲੇ 24 ਘੰਟੇ 'ਚ, ਉਹਨਾਂ ਦੀ ਫੈਮਲੀਆਂ ਨਾਲ ਜਾ ਕੇ ਗੱਲ ਕਰਕੇ ਦੇਖ ਲਓ ਕਿ ਹਾਂਜੀ ਠੀਕ ਹੈ ਜੀ ਸਿਚੁਏਸ਼ਨ। ਉਹ ਦਾਗਾਂ ਦਾ ਸਿਚੁਏਸ਼ਨ ਇਹ ਹੈ ਕਿ ਬਹੁਤ ਲੋਕਾਂ ਨੇ ਹੁਣ ਦਾਗ ਵੀ ਦੇਖ ਲਏ ਕਿੱਦਾਂ ਹੁੰਦੇ ਆ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀਗਾ ਤੁਹਾਨੂੰ, ਦਾਗ ਔਨਲਾਈਨ ਹੁੰਦੇ ਆ ਇੰਟਰਨੈਟ ਰਾਹੀਂ। 4-5 ਬੰਦਿਆਂ ਨੂੰ ਸਿਰਫ ਜਾਣ ਦਿੰਦੇ, ਉਹ ਵੀ ਲਾਗੇ ਨਹੀਂ ਖੜ ਸਕਦੇ ਬੋਡੀ ਦੇ, ਨਾ ਹੀ ਮੂੰਹ ਦੇਖ ਸਕਦੇ ਆ। ਕਫਨ ਬੰਦ ਹੁੰਦਾ, ਬਾਕੀ ਗੌਰਮੈਂਟ ਡੀਲ ਕਰਦੀ ਆ ਬੋਡੀਆਂ ਦੇ ਵਿੱਚ। ਮੈਂ ਤੁਹਾਨੂੰ ਪਿਛਲੇ ਹਫ਼ਤੇ ਵੀਡੀਓ ਦਿਖਾਈ ਸੀ ਕਿ ਲਾਸ਼ਾਂ ਦੇ ਢੇਰ ਕਿੱਦਾਂ ਲੱਗ ਰਹੇ ਉੱਥੇ ਨਿਊਯਾਰਕ ਦੇ ਵਿੱਚ, ਕਿ ਕਿੱਦਾਂ ਟੋਏ ਪੱਟ ਰਹੇ ਆ, ਤਾਂ ਉਹਦੇ ਵਿੱਚ ਕਿੱਦਾਂ ਡੱਬੇ ਤੁਸੀਂ ਦੇਖਿਆ ਸੀ ਨਾ, ਰਾਈਟ। ਸੋ ਆਹ ਸਿਚੁਏਸ਼ਨ ਹੈ ਜੀ। ਇੰਡੀਆ ਦੇ ਵਿੱਚ ਹਜੇ ਤੱਕ 437 ਲੋਕ ਪੂਰੇ ਹੋਏ ਆ,
ਤਾਂ ਇੰਡੀਆ ਲੋਕਡਾਊਨ ਦੇ ਵਿੱਚ ਹੈਗਾ 3 ਮਈ ਤੱਕ। ਤੇ ਇਹਦੇ ਵਿੱਚ ਜੋ ਇਹਨਾਂ ਦੀ ਨੀਤੀ ਆ ਇੰਡੀਆ ਵਾਲਿਆਂ ਦੀ ਕਿ ਲੋਕਡਾਊਨ ਕਰ ਦਿਓ, ਬੰਦ ਕਰ ਦਿਓ ਸਾਰਾ ਕੁਝ, ਉਹ ਫਿਲਹਾਲ ਲੱਗਦੀ ਤਾਂ ਠੀਕ ਆ ਕਿ ਇਹਨਾਂ ਨੇ ਸਹੀ ਕੀਤਾ, ਕਿਉਂਕਿ ਇੱਥੇ ਜੋ ਹੈਗਾ ਆ ਬਿਲਕੁਲ ਸਹੀ ਨਹੀਂ ਹੈਗਾ। ਇੱਥੇ ਤਾਂ ਅਜੇ ਤੱਕ ਵੀ ਅੱਜ ਦੀ ਡੇਟ ਵਿੱਚ ਵੀ 15,000 ਲੋਕ ਏਅਰਪੋਰਟ ਤੇ ਆ ਰਹੇ ਆ, ਔਰ ਇੱਕ ਜਾਣਾ ਵੀ ਸਕਰੀਨਿੰਗ ਨਹੀਂ ਹੋ ਰਿਹਾ। Not one person is screened. There's 15,000 people every day arriving at the airports in the UK. And not one person is screened and not one person is checked. There's no situation. ਅੱਜ ਇਹਨਾਂ ਨੇ ਕਿਹਾ ਕਿ ਸ਼ਾਇਦ ਹੈ ਨਾ 14,500 ਲੋਕਾਂ ਦੇ ਮਰਨ ਤੋਂ ਬਾਅਦ ਸ਼ਾਇਦ ਹੁਣ ਸਕਰੀਨ ਕਰਨ ਲੱਗ ਜਾਈਏ। It takes 14,500 people to die, 14,500 people to die before the government decide to let's start screening. In other countries, they locked down and started screening straight away. Some banned flights altogether. Japan has been screening for ages. Why haven't we? So, in that case, what are the politicians doing? I don't know. If the politicians ਨੂੰ ਪੁੱਛੋ ਕਿ ਜੀ ਕੀ ਕਰ ਰਹੇ ਕੀ ਨਹੀਂ, ਪਰ ਇਹ ਨਾ ਸੋਚੋ ਕਿ ਹਾਂ ਕਿ ਕੋਈ ਤੁਹਾਡੇ ਹਿੱਤ ਦੀ ਗੱਲ ਕਰ ਰਿਹਾ। ਹਿੱਤ ਦੀ ਗੱਲ ਤੁਹਾਡੇ ਲਈ ਇਸ ਵੇਲੇ ਇਹੀ ਆ, ਲੜ ਬਣ ਲਓ ਗੱਲ ਨੂੰ ਕਿ ਅੰਦਰ ਰਹੋ, ਅੰਦਰ ਰਹੋ, ਬਾਹਰੋਂ ਕੋਈ ਚੀਜ਼ ਆਉਣ ਨਹੀਂ ਦੇਣੀ, ਹਰ ਚੀਜ਼ ਦੀ ਸਫਾਈ ਕਰਨੀ ਹੈ, ਘਰ 'ਚ ਸਫਾਈ ਰੱਖਣੀ ਆ। ਮੇਰੀਆਂ ਭੈਣਾਂ ਤੁਸੀਂ ਹੀ ਕਰਨਾ ਸਾਰਾ, ਇਹ ਪਤਾ ਹੀ ਆ ਬੰਦੇ ਕਿੰਨਾ ਕਰਦੇ, ਪਰ ਜੇ ਕਰਦੇ ਆ ਬੰਦੇ ਤਾਂ ਉਹਨਾਂ ਨੂੰ ਵਧਾਈਆਂ ਦੇ ਦਿੰਦਾ, ਵਾਓ ਡਨ, ਬਟ ਇਹ ਤੁਸੀਂ ਹੀ ਕਰਨਾ ਕੰਮ। ਸਫਾਈ ਸਾਰੀ ਰੱਖਣੀ ਆ ਘਰ ਦੀ, ਬੱਚਿਆਂ ਨੂੰ ਵੀ ਲਾਓ ਸਫਾਈ ਕਰਨ ਨੂੰ, ਹੱਥ ਧੋ ਕੇ ਰੱਖਣੇ ਆ। ਜੇ ਕੋਈ ਬਾਹਰੋਂ ਚੀਜ਼ ਆਉਂਦੀ ਆ ਉਹਨੂੰ ਸਾਫ਼ ਕਰਕੇ ਤਾਂ ਅੰਦਰ ਘਰ 'ਚ ਵੜਨਾ, ਭਾਵੇਂ ਦਵਾਈ ਕਿਉਂ ਨਾ ਹੋਵੇ। ਐਵੇਂ ਨਹੀਂ ਬਾਹਰ ਗੇੜੀਆਂ ਲਾਉਣ ਜਾਣਾ, ਬਾਹਰ ਮੌਤ ਤੋਂ ਸਿਵਾ ਹੋਰ ਕੁਛ ਹੈ ਨਹੀਂ ਜੀ ਤੁਹਾਡੇ ਲਈ, ਸਾਰਾ ਕੁਛ ਬੰਦ ਆ। ਉਹ 3 ਹਫ਼ਤੇ ਲਈ ਬੰਦ ਰਹਿਣਾ। ਸੋ ਦ ਲੋਕਡਾਊਨ ਹੈਜ਼ ਬੀਨ ਐਕਸਟੈਂਡਡ ਇਨ ਦੀ UK ਫॉर 3 ਵੀਕਸ। ਸੋ 3 ਹਫ਼ਤਿਆਂ ਲਈ ਹੋਰ ਲੋਕਡਾਊਨ ਰੱਖਣਾ। ਹੁਣ ਜੇ ਸਿਚੁਏਸ਼ਨ ਇੰਨੀ ਗੰਭੀਰ ਨਹੀਂ ਹੁੰਦੀ ਤਾਂ ਇਹਨਾਂ ਨੇ ਲੋਕਡਾਊਨ ਕਹਿਣਾ ਨਹੀਂ ਸੀ। ਸੋ ਲੋਕਡਾਊਨ ਐਕਸਟੈਂਡਡ ਹੈਗਾ ਆ, ਤੁਹਾਡੇ ਫਾਇਦੇ ਭਲੇ ਵਾਲੀ ਗੱਲ ਆ, ਫਾਇਦਾ, ਕਿਉਂਕਿ ਲੋਕ ਧੜਾ ਧੜ ਪੂਰੇ ਹੋ ਰਹੇ ਆ। 800 ਬੰਦਿਆਂ ਦਾ ਪਿੰਡ ਹੁੰਦਾ, ਸੋ ਤੁਸੀਂ ਇਹੀ ਦੇਖ ਲਓ ਕਿ ਰੋਜ਼ ਪਿੰਡ ਪੂਰਾ ਹੁੰਦਾ ਇੱਕ, ਸਿਰਫ UK ਦੇ ਵਿੱਚ। ਬਾਕੀ ਮੁਲਕਾਂ 'ਚ ਕੀ ਹੁੰਦਾ ਜੀ, USA 'ਚ, ਅਮਰੀਕਾ 'ਚ 2200 ਬੰਦਾ ਰੋਜ਼ ਪੂਰਾ ਹੁੰਦਾ, 2200 2000। ਜਿੱਥੇ ਪਹਿਲਾਂ ਕਹਿ ਰਹੇ ਸੀ ਇਹਨਾਂ ਦਾ ਪ੍ਰਧਾਨ ਕਿ ਨਹੀਂ ਇਹ ਤਾਂ ਸਭ ਜੀ ਝੂਠੀਆਂ ਗੱਲਾਂ ਬਣਾਈਆਂ, ਇਹ ਵਾਇਰਸ ਵੂਰਸ ਹੈ ਨਹੀਂ, ਇਹ ਤਾਂ ਸਭ ਫੇਕ ਆ। ਹੁਣ ਪਤਾ ਲੱਗਾ 33,000 ਜਦੋਂ ਬੰਦੇ ਮਰੇ। ਸੋ ਪਲੀਜ਼ ਤੁਸੀਂ ਲੋਕਡਾਊਨ ਰਹਿਣਾ ਹੈ। ਮੈਨੂੰ ਪਤਾ ਔਖਾ ਆ, ਸਾਡੇ ਲਈ ਵੀ ਔਖਾ ਆ, ਪਰ ਆਪਣਾ ਵੀ ਆਪਾਂ ਕੰਮ ਚਲਾ ਰਹੇ ਹਾਂ ਜਿੱਦਾਂ ਵੀ ਹੈਗਾ, ਘਰੋਂ ਸਾਰਾ ਕੰਮ ਕਰ ਰਹੇ ਹਾਂ। ਬਹੁਤ ਲੋਕ ਪੁੱਛਦੇ ਸਾਡੀ ਐਪਲੀਕੇਸ਼ਨਾਂ ਦਾ ਕੀ ਹੋਊ। ਦੇਖੋ ਜੀ, ਦਫ਼ਤਰ ਤਾਂ ਸਾਡਾ ਇੱਕ ਤਰ੍ਹਾਂ ਦਾ ਖੁੱਲ੍ਹਾ ਹੀ ਆ, ਸਿਰਫ ਇਹ ਆ ਕਿ ਮੇਰੇ ਨਾਲ ਆ ਕੇ ਜੱਫੀ ਨਹੀਂ ਪਾ ਸਕਦੇ, ਵੈਸੇ ਵੀ ਘੱਟੇ ਹੀ ਪਾਉਂਦੇ ਸੀ ਤੁਸੀਂ। ਸੋ ਕੰਮ ਤਾਂ ਤੁਹਾਡਾ ਹੋ ਹੀ ਜਾਂਦਾ, ਔਰ ਕੰਮ ਸਾਰਾ ਕਰੀ ਜਾਂਦੇ ਆ। ਹੋਮ ਆਫਿਸ ਦੇ ਵਿੱਚ ਸੈਂਟਰਸ ਬਣਦੇ ਆ ਇਸ ਵੇਲੇ, ਵੀਜ਼ਾ ਸੈਂਟਰਸ ਬਣਦੇ ਆ, ਫਿੰਗਰ ਪ੍ਰਿੰਟਿੰਗ ਸੈਂਟਰਸ ਬਣਦੇ ਆ। ਹੋਮ ਆਫਿਸ ਦੀ ਸਟਾਫ ਵੀ ਬਹੁਤ ਲਿਮਿਟਡ ਆ, ਇਸ ਲਈ ਜਿਹੜੇ ਫੈਸਲੇ ਹੋਣੇ ਚਾਹੀਦੇ ਉਹਨਾਂ ਨੂੰ ਟਾਈਮ ਲੱਗ ਰਿਹਾ। ਬਾਕੀ ਨਵੀਂ ਐਪਲੀਕੇਸ਼ਨਾਂ ਉਹ ਬਹੁਤ ਜਿੱਦਾਂ ਕਹਿੰਦੇ ਹੋਲਡ 'ਤੇ ਰੱਖ ਕੇ ਦੇਖ ਰਹੇ ਹੈਗੇ। ਇੰਗਲਿਸ਼ ਟੈਸਟ ਸੈਂਟਰਸ ਵੀ ਬਣਦੇ ਆ, ਸਾਰਾ ਕੁਛ ਤਕਰੀਬਨ ਬਣਦਾ ਹੀ ਆ। ਹੋ ਸਕਦਾ ਜੇ ਇਸ ਲਾਈਨ ਤੱਕ ਅੰਦਰ ਰਹੀਏ ਅਸੀਂ ਤੇ 3 ਹਫ਼ਤਿਆਂ ਤੱਕ ਹੌਲੀ ਹੌਲੀ ਖੋਲ੍ਹਣਾ ਇਹਨਾਂ ਨੇ ਸ਼ੁਰੂ ਕਰ ਦੇਣਾ, ਜੋ ਮੇਨ ਸਰਵਿਸਿਜ਼ ਹੋਣ। ਪਰ ਇਹੀ ਪਹਿਲਾਂ ਦੇਖੀਏ ਕਿ ਇਹ ਅਰਦਾਸ ਕਰੀਏ ਕਿ ਇਹ ਬਿਮਾਰੀ ਟਲ ਜਾਵੇ। ਬਾਕੀ ਜੀ ਜਿੰਨੀਆਂ ਮਰਜ਼ੀਆਂ ਅਰਦਾਸਾਂ ਕਰੀ ਜਾਓ, ਜਿੰਨੇ ਮਰਜ਼ੀ ਪਾਠ ਕਰੀ ਜਾਓ, ਜਿੰਨੇ ਮਰਜ਼ੀ ਸਮਾਗਮ ਰੱਖੀ ਜਾਓ, ਜਿਨ੍ਹਾਂ ਦੇ ਪੂਰੇ ਹੋ ਗਏ ਉਹ ਤਾਂ ਮੁੜ ਕੇ ਆਉਣੇ ਨਹੀਂ। ਹੁਣ ਅਰਦਾਸ ਉਹਨਾਂ ਲਈ ਹੋਊ ਜੀ ਜਿਹੜੇ ਹੁਣ ਇਸ ਵੇਲੇ ਮੌਤ ਦੇ ਨਾਲ ਲੜ ਰਹੇ ਆ, ਕਿਉਂਕਿ ਕੱਲ੍ਹ ਨੂੰ ਤੱਕ ਵੀ 700-800 ਬੰਦਾ ਮਰ ਜਾਣਾ। ਔਰ ਇੱਦਾਂ ਦੀ ਸਥਿਤੀ ਕਦੇ ਆਈ ਨਹੀਂ ਲਾਈਫ ਦੇ ਵਿੱਚ, ਨਾ ਆਪਾਂ ਤਾਂ ਦੇਖੀ ਨਹੀਂ। ਸੋ ਬਹੁਤ ਲੋਕ ਕਹਿ ਰਹੇ ਇੱਕ ਜੰਗ ਬਰਾਬਰ ਆ, ਜਿੱਥੇ ਤੁਹਾਨੂੰ ਦਿਖਦਾ ਹੀ ਨਹੀਂ ਕਿ ਬੰਦਾ ਕੌਣ ਆਇਆ ਤੁਹਾਨੂੰ ਮਾਰਨ ਆਇਆ। ਜਿਹਦੇ ਨਾਲ ਤੁਸੀਂ ਦੇਖ ਹੀ ਨਹੀਂ ਸਕਦੇ ਉਹਦੇ ਨਾਲ ਤੁਸੀਂ ਲੜੋਗੇ ਕਿੱਦਾਂ, ਜੇ ਪਤਾ ਹੀ ਨਹੀਂ ਕਿ ਉਹ ਕੌਣ ਆ, ਕਿੱਥੇ ਆ, ਕਿੱਥੋਂ ਆਉਣਾ, ਕਿੱਥੋਂ ਨਹੀਂ। ਸੋ ਇਹ ਤਾਂ ਖਤਰਨਾਕ ਹੈ ਜੀ, ਤਾਂ ਤੁਹਾਡੇ ਸਾਰਿਆਂ ਨੂੰ ਕਹਿ ਰਹੇ ਹਾਂ ਜੀ ਕਿ ਘਰ ਬੈਠੋ, ਘਰ ਬੈਠੋ। ਹੁਣ ਅਗਲੇ ਸੈਗਮੈਂਟ ਦੇ ਵਿੱਚ 2 ਸੈਗਮੈਂਟ ਹੁਣ ਹੋਰ ਹੈਗੇ ਆ ਜੀ ਸ਼ੋਅ 'ਚ।
एक तो मैं दसूँगा जी ਜਿਹੜੇ लोग इंडिया बैठे आ एग्जैक्टली मैं प्रोसीजर ਦਾ दसूँगा कि ਇੱਥੇ वापस आने का की तरीका है कि की हो रहा की नहीं बहुत सारा तब्दीली दसूँगा क्योंकि होर फ्लाइटां अनाउंस कीतियां गईयां अज ही अनाउंस कीतियां गईयां ब्रिटिश हाई कमीशन वालों ते एट द एंड ऑफ द सैगमेंट साडा होगा अखीरले सैगमेंट विच डॉक्टर मनपिंदर सहोता है जो ग्रेवजैंड विच प्रैक्टिस करते हैं उन्होंने बड़े अपने टाइम कट के क्योंकि इस वेले सब तो बिजीएस्ट डॉक्टर है उन्होंने पंजाबी कुछ तुहानूं एडवाइस दी है कोरोना वायरस बारे वो शो करूँगा तुहानूं कि जी की हो रहा की नहीं बट इस ब्रेक तो बाद तुहानूं ब्रिटिश हाई कमीशन की वीडियो शो करांगे फिर तुहानूं शो करांगे डॉक्टर मनपिंदर की जो सलाह हैगी सो तुसीं देखते रहो और मिलते हैं असीं ब्रेक तो बाद Hello. I'm pleased to announce 17 more charter flights from India to the UK, enabling British travellers to return home. By the start of next week, we will have managed to get more than 5,000 of you back to the UK, but I know there are many more who want to return home. That's why a number of flights will run from next week from Amritsar, Ahmedabad, Bangalore, Delhi, Goa and Mumbai to London. From Amritsar to London on 21, 23, 25 and 27 April. From Ahmedabad to London on 20, 22, 24 and 26 April. From Bangalore via Ahmedabad to London on 23 April. From Delhi to London on 21, 23, 25 and 27 April. From Goa to London on 20, 22 and 24 April. From Mumbai to London on 26 April. We already have thousands of people on our wait lists, so seats will be offered to these people first. If you have already registered, you do not need to do anything. You will be contacted by our travel company CTM to arrange your seat. If you are a British national who normally resides in the UK and you want to return there but have not yet registered for flights, then we advise you to register immediately. In some places there will be seats available, but in others you will be added to the wait list and contacted if a seat becomes available on these or future flights. We are working round the clock to ensure that we can meet the demand for British travellers to return home safely. It is possible to book for airports that are not in the state in which you are staying. Please only register though for the nearest airport to where you are. Full details are set out in our travel advice. Please note, the address that you provide will be where you are picked up from, unless you are asked to meet at a muster point, so it is vital that you provide information that is as accurate as possible. In the meantime, do check the validity of your Indian visa. If it has or is due to expire, you will need to apply online for an extension at EFRRO, details on our travel advice. Again, please note, if you are registering now, it is unlikely that you will be allocated seats on these flights. Once you have registered, you will be contacted about next steps. When your booking is confirmed, guidance on how to travel to airports will be emailed to you. You will be contacted directly by our ground transport provider at least 12 hours before your flight with pickup details. Please ensure you pack within the baggage limits as space is very limited. Extra bags cannot be taken. We at the High Commission will handle the necessary permissions from the Government of India to allow you to travel during the lockdown. You must register before midnight, Sunday the 19th, if you want to return home from Ahmedabad, Amritsar, Bangalore, Delhi, Goa or Mumbai. After this, booking portals will close. A reminder that if you have already registered through the portal for previous flights from these locations but didn't get a seat, please be assured that you are on a wait list and you do not need to re-register. Our existing wait list for these flights is large, so if you are registering now, it is unlikely that you will be allocated seats on the flights announced today. Portals for Kolkata, Chennai, Hyderabad and Kerala are already closed. If you remain in these locations and require urgent consular assistance, please contact us on the numbers on screen. Thank you for your patience. We continue to work as hard as we can to get you home safe. हाँ जी साਰਿਆਂ ਨੂੰ ਸਵਾਗਤ ਹੈ ਵੈਲਕਮ ਬੈਕ ਟੂ ਦ ਸ਼ੋ ਤੁਸੀਂ ਵੀਡੀਓ ਦੇਖ ਲਈ ਹੋਗੀ ਇਹ ਜੈਮ ਟੌਮਸਨ ਆ ਇਹ ਬੁੜੀ ਜਿਹੜੀ ਤੁਸੀਂ ਦੇਖ ਰਹੇ ਆ ਜੀ ਐਵੇਂ ਨਾ ਇਹਨੂੰ ਬੁੜੀ ਸਮਝੋ ਇਹ ਬ੍ਰਿਟਿਸ਼ ਹਾਈ ਕਮਿਸ਼ਨਰ ਐਕਟਿੰਗ ਹੈ ਇਸ ਵੇਲੇ ਹਾਂ
ਜਿੱਥੇ ਤੱਕ ਇਹਦੀ ਪਾਵਰ ਸ਼ੁਰੂ ਹੁੰਦੀ ਨਾ, ਤੁਹਾਡੇ ਜਿੰਨੇ ਜਣੇ ਘਰ ਬੈਠੇ ਤੁਸੀਂ ਉਹਨਾਂ ਹੀ ਸਾਰਿਆਂ ਨੂੰ ਮਿਲਾ ਵੀ ਲਓ, ਤੁਸੀਂ ਉਹਦੇ 9 ਦੇ ਬਰਾਬਰ ਹੋਣੀ ਪਾਵਰ ਦੇ ਵਾਈਜ਼ ਵਿੱਚ। ਸੋ ਇਹ ਜੋ ਹੈਗੀ ਆ ਹੁਣ ਅਨਾਊਂਸਮੈਂਟ ਤੁਸੀਂ ਸੁਣ ਹੀ ਲਈ ਹੋਊਗੀ। ਬਾਕੀ ਤੁਸੀਂ ਇਹਨਾਂ ਦੇ UK ਇਨ ਇੰਡੀਆ ਟਵਿੱਟਰ 'ਤੇ ਜਾ ਸਕਦੇ, UK ਇਨ ਇੰਡੀਆ ਫੇਸਬੁੱਕ 'ਤੇ ਜਾ ਸਕਦੇ ਆ। ਇਹਨਾਂ ਅਨਾਊਂਸ ਕੀਤਾ ਜੀ ਕਿ ਫਲਾਈਟਾਂ ਹੋਰ ਇਹਨਾਂ ਨੇ ਕੀਤੀਆਂ, ਨੈਕਸਟ ਰਾਊਂਡ ਦੀਆਂ ਫਲਾਈਟਾਂ ਦੀ ਹੈਗੀ ਆ, ਉਹ ਹੈਗੀ ਆ ਜੀ, ਇਹਨਾਂ ਨੇ ਅੰਮ੍ਰਿਤਸਰੋਂ ਤੋਂ ਦਿੱਲੀੋਂ ਫਲਾਈਟਾਂ ਰੱਖੀਆਂ 21 ਅਪ੍ਰੈਲ ਨੂੰ, 23 ਅਪ੍ਰੈਲ ਨੂੰ, 25 ਅਪ੍ਰੈਲ ਨੂੰ ਅਤੇ 27 ਅਪ੍ਰੈਲ ਨੂੰ। ਅਹਿਮਦਾਬਾਦ ਤੋਂ ਰੱਖੀ ਆ 20 ਅਪ੍ਰੈਲ ਨੂੰ, 22 ਅਪ੍ਰੈਲ ਨੂੰ, 24 ਅਪ੍ਰੈਲ ਨੂੰ, 26 ਅਪ੍ਰੈਲ ਨੂੰ। ਇਹ ਫਲਾਈਟਾਂ ਜੇ ਤੁਸੀਂ ਫੜਨੀਆਂ ਚਾਹੁੰਦੇ ਆ ਵਾਪਸ ਆਉਣ ਲਈ ਇੰਡੀਆ ਤੋਂ, ਤਾਂ ਤੁਹਾਨੂੰ ਰਜਿਸਟਰ ਹੋਣਾ ਪੈਣਾ। ਹੋਪਫੁਲੀ ਹੁਣ ਤੱਕ ਸਾਰੇ ਰਜਿਸਟਰ ਹੋਏ ਹੋ, ਜਿੰਨੇ ਵੀ ਬ੍ਰਿਟਿਸ਼ ਲੋਕ ਬੈਠੇ ਆ ਜੀ ਉੱਥੇ ਇੰਡੀਆ 'ਚ ਤਾਂ ਆਉਣਾ ਚਾਹੁੰਦੇ ਆ, ਤਾਂ ਉਹ ਰਜਿਸਟਰ ਕਰਨਾ ਪੈਂਦਾ ਔਨਲਾਈਨ। ਹੋਪਫੁਲੀ ਤੁਸੀਂ ਸਾਰੇ ਰਜਿਸਟਰ ਹੋ ਚੁੱਕੇ ਆ, ਜੇ ਨਹੀਂ ਤਾਂ ਤੁਸੀਂ ਜਾ ਕੇ ਰਜਿਸਟਰ ਕਰੋ। 20 ਤਰੀਕ ਤੋਂ ਬਾਅਦ ਇਹਨਾਂ ਨੇ ਰਜਿਸਟ੍ਰੇਸ਼ਨ ਨਹੀਂ ਲੈਣੀ। So you have until the 19th, 23:59, midnight on the 19th to register. So if anyone's watching this and they want their mum and dad to come back and they haven't registered with the British High Commission, you need to go and register with them. Register with them, go to their website, register. It's all over Twitter and Facebook. You can register with them. They've given, and if you look at Jan's previous videos, she tells you how to register. Registration ਸਿਰਫ ਇੱਕ ਵਾਰੀ ਕਰਨ ਦੀ ਲੋੜ ਹੈ ਜੀ, 15 ਵਾਰੀ ਕਰਨ ਦੀ ਲੋੜ ਹੈ ਨਹੀਂ। ਇਹ ਪੰਜਾਬ ਦੀਆਂ ਵੋਟਾਂ ਨਹੀਂ ਹੈਗੀਆਂ, ਇੰਡੀਆ 'ਚ ਵੋਟਾਂ ਨਹੀਂ ਹੈਗੀਆਂ ਕਿ ਇੱਕ ਵਾਰੀ 15 ਵੋਟਾਂ ਪਾਓ LMA ਸਾਹਿਬ ਨੂੰ। ਸੋ ਇਹ ਕਿਰਪਾ ਕਰੋ, ਰਜਿਸਟ੍ਰੇਸ਼ਨ ਇੱਕ ਵਾਰੀ ਕਰੀਦੀ ਆ ਅਤੇ ਉਹਨਾਂ ਨੇ ਈਮੇਲ ਤੁਹਾਨੂੰ ਭੇਜ ਦਿੰਦੇ ਕਿ ਤੁਹਾਡੇ ID ਨੰਬਰ ਦੇ ਦਿੰਦੇ ਹੁੰਦੇ ਆ, that you get an ID number। ਉਹਨਾਂ ਦੀ ਜੀ ਕੀ ਪ੍ਰੋਸੀਜਰ ਹੁੰਦਾ, ਈਮੇਲ ਆਉਂਦੀ ਹੁੰਦੀ ਆ, ਈਮੇਲ ਆਉਂਦੀ ਹੁੰਦੀ ਆ ਜੀ ਕਿ ਤੁਸੀਂ ਫਲਾਣੇ ਡੇਟ 'ਤੇ ਰੈਡੀ ਰਹੋ। ਫਿਰ ਜੀ ਉਹਦੇ ਵਿੱਚ ਦੂਜੀ ਈਮੇਲ ਆਉਂਦੀ ਆ, ਉੱਤੇ ਡਿਪਾਰਚਰ ਟਾਈਮ ਲਿਖਿਆ ਹੁੰਦਾ ਅਤੇ ਲਿਖਿਆ ਹੁੰਦਾ ਤੁਸੀਂ ਪਹੁੰਚਣਾ ਕਦੋਂ ਇੰਗਲੈਂਡ 'ਚ, ਨਾਲੇ ਸੀਟ ਦਾ ਐਲੋਕੇਸ਼ਨ ਲਿਖਿਆ ਹੁੰਦਾ। ਇਹ ਤੁਹਾਡੀ ਮੇਨ ਈਮੇਲ ਆ। ਦਿਸ ਇਜ਼ ਦ ਕੀ ਈਮੇਲ ਯੂ ਨੀਡ ਟੂ ਕੀਪ, ਦ ਵਨ ਵਿਦ ਯੋਰ ਡਿਪਾਰਚਰ ਟਾਈਮ, ਅਰਾਈਵਲ ਟਾਈਮ ਐਂਡ ਯੋਰ ਸੀਟ ਐਲੋਕੇਸ਼ਨ ਔਨ ਇਟ। ਫਿਰ CTM ਵਾਲੇ ਜਿਨ੍ਹਾਂ ਨੇ ਔਰਗਨਾਈਜ਼ ਕਰ ਰਿਹਾ, ਉਹ ਪੇਮੈਂਟ ਲਊਗੇ ਤੁਹਾਤੋਂ। ਦੇ ਫੋਨ ਅਪ ਔਰ ਯੂ ਕੈਨ ਡੂ ਆਨਲਾਈਨ ਪੇਮੈਂਟ, ਉਹ ਤੁਹਾਨੂੰ ਦੱਸੂਗੇ। ਜੋ ਤੁਹਾਨੂੰ ਏਅਰਪੋਰਟ ਨੂੰ ਲੈ ਕੇ ਜਾਂਦੇ ਜੀ, ਇਹ ਸਪੈਸ਼ਲ ਕਾਰਾਂ ਕਰਕੇ ਜਾਂਦੇ ਜਿਨ੍ਹਾਂ ਦਾ ਨਾਂ KTC ਇੱਕ ਗਰੁੱਪ ਹੈਗਾ, ਉਹ ਚਲਾਉਂਦੇ ਆ ਜੀ, ਜੋ ਇੰਡੀਆ 'ਚ ਹੈਗੇ ਆ। ਉਹ ਤੁਹਾਨੂੰ ਲੈ ਕੇ ਜਾਊਗੇ ਜੀ ਘਰੋਂ ਏਅਰਪੋਰਟ ਤੱਕ। ਉਹਨਾਂ ਨੂੰ ਇੱਕ ਦਿਨ ਤੁਸੀਂ ਪਹਿਲਾਂ ਫੋਨ ਕਰੋ ਤਾਂ ਉਹ ਤੁਹਾਨੂੰ ਦੱਸ ਦੂਗੇ ਜੀ, ਉਹਨਾਂ ਨੂੰ ਦੱਸ ਦੂ ਕਿ ਐਗਜ਼ੈਕਟਲੀ ਇੱਥੋਂ ਚੱਕਣਾ ਹੈ ਅਤੇ 10 ਵਜੇ ਤੁਸੀਂ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚਣਾ ਜਾਂ ਦਿੱਲੀ ਏਅਰਪੋਰਟ 'ਤੇ ਪਹੁੰਚਣਾ। ਜਿਹੜੀ ਪੈਸੰਜਰ ਲਿਸਟ ਹੈ ਜੀ, ਉਹ FCO ਅਪਰੂਵ ਕਰਦੀ, ਫੋਰਨ ਕਾਮਨਵੈਲਥ ਆਫਿਸ। ਉਹ ਇਹ CTM KTC ਵਾਲਿਆਂ ਦਾ ਕੋਈ ਇਹਨਾਂ ਦਾ ਰੌਲਾ ਨਹੀਂ ਉਹਦੇ ਵਿੱਚ। ਕੋਈ ਆਉਣ ਤੋਂ ਪਹਿਲਾਂ ਮੈਡੀਕਲ ਨਹੀਂ ਕਰਾਉਣਾ ਪੈਂਦਾ ਜੀ। ਸੋ ਇਸ ਹਫ਼ਤੇ ਤਕਰੀਬਨ, ਔਰ ਅੱਜ ਫਰਾਈਡੇ 17 ਤਰੀਕ ਆ, ਤਕਰੀਬਨ ਇਹਨਾਂ ਨੇ 1000-1000 ਬੰਦਾ ਲੈ ਆਏ। ਹਾਲੇ ਬਹੁਤ ਪਏ ਆ। ਟੋਟਲ 12000 ਬ੍ਰਿਟਿਸ਼ ਸਿਟੀਜ਼ਨ ਜੋ ਹੈਗੇ ਆ ਇਸ ਵੇਲੇ ਇੰਡੀਆ ਦੇ ਵਿੱਚ ਸੀਗੇ, all over India. So I don't think it will take more to bring all back. Already ਪੰਜਾਬ ਤੋਂ ਇਹ 1000-1000 ਬੰਦਾ ਲੈ ਆਏ। ਸੋ ਰਜਿਸਟਰ ਜ਼ਰੂਰ ਕਰਨਾ 20 ਅਪ੍ਰੈਲ ਤੋਂ ਪਹਿਲਾਂ। ਜਿਨ੍ਹਾਂ ਨੂੰ ਨਹੀਂ ਫਲਾਈਟਾਂ ਮਿਲੀਆਂ, ਵੇਟ ਕਰੋ, ਉਹ ਵੇਟ ਲਿਸਟ 'ਤੇ ਪਾ ਲੈਂਦੇ ਆ। ਜੋ ਇਹ ਫਲਾਈਟਾਂ ਇਹਨਾਂ ਨੇ ਅਨਾਊਂਸ ਕੀਤੀਆਂ 25 ਨੂੰ, 27 ਨੂੰ, 21 ਨੂੰ, 23 ਨੂੰ, ਇਹਨਾਂ ਨੇ ਵੇਟ ਲਿਸਟ ਵਾਲਿਆਂ ਲਈ, ਕਿਉਂ ਇਹਨਾਂ ਦੀ ਵੇਟਿੰਗ ਲਿਸਟ ਇੰਨੀ ਬਹੁਤ ਹੈ। ਗੁੱਡ ਨਿਊਜ਼ ਇਹ ਆ ਕਿ ਜਿਹੜੇ ਇੰਡੀਅਨ ਪਾਸਪੋਰਟ ਵਾਲੇ ਆ, ਜਿਨ੍ਹਾਂ ਕੋਲ ਇੰਡੈਫੀਨਿਟ ਆ, ਉਹਨਾਂ ਨੂੰ ਵੀ ਇਹ ਲੈ ਜਾਊਗੇ। ਓਬਵੀਅਸਲੀ ਪ੍ਰਾਇਓਰਿਟੀ ਤਾਂ ਬ੍ਰਿਟਿਸ਼ ਵਾਲਿਆਂ ਨੂੰ ਦੇ ਰਿਹਾ, ਪਰ ਇਹ ਕਹਿੰਦੇ ਅਸੀਂ ਲੈ ਜਾਵਾਂਗੇ। ਜੇ ਤੁਹਾਨੂੰ ਜਿੱਦਾਂ ਕਈਆਂ ਨੂੰ 30 ਸਾਲ ਹੋ ਗਏ ਇੰਗਲੈਂਡ ਪੱਕੇ ਹੋਏ ਨੂੰ, 20 ਸਾਲ ਹੋ ਗਏ, ਕਹਿੰਦੇ ਉਹਨਾਂ ਨੂੰ ਅਸੀਂ ਲੈ ਜਾਵਾਂਗੇ। ਸੋ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਈ, ਉਹ ਵੀ ਆ ਚੁੱਕੇ ਆ ਉਹਦੇ ਵਿੱਚ। ਜਿਨ੍ਹਾਂ ਦੇ ਇੰਡੀਆ ਵਿੱਚ ਲੋਕ ਹੈਗੇ ਆ ਤਾਂ ਉਹਨਾਂ ਦੇ ਵੀਜ਼ੇ ਖਤਮ ਹੋ ਰਹੇ ਆ, ਉਹਨਾਂ ਨੂੰ ਇੰਟਰਨੈਟ ਰਾਹੀਂ EFRRO ਦੀ ਵੈਬਸਾਈਟ 'ਤੇ ਜਾ ਕੇ ਰਜਿਸਟਰ ਕਰੋਗੇ। 30 ਅਪ੍ਰੈਲ ਤੱਕ ਤੁਹਾਡਾ ਵੀਜ਼ਾ ਆਟੋਮੈਟਿਕਲੀ ਵਧਾ ਦੂਗੇ। ਉਸ ਤੋਂ ਬਾਅਦ ਰਜਿਸਟਰ ਹੋ ਗਏ ਅਤੇ ਜਦ ਤੱਕ ਏਅਰਪੋਰਟ ਖੁੱਲ੍ਹਦੇ ਨਹੀਂ, ਜਦ ਤੱਕ ਤੁਸੀਂ ਓਵਰਸਟੇ ਨਹੀਂ ਹੁੰਦੇ ਇੰਡੀਆ ਦੇ ਵਿੱਚ। ਸੋ ਉਹਦੇ ਵਿੱਚ ਤੁਹਾਨੂੰ ਕੋਈ ਵਰੀ ਕਰਨ ਦੀ ਜ਼ਰੂਰਤ ਹੈ ਨਹੀਂ। ਬਾਕੀ ਜੀ, ਜੋ ਤੁਸੀਂ ਜਾਣਾ ਏਅਰਪੋਰਟ ਨੂੰ, 23 ਕਿਲੋ ਦਾ ਬੈਗੇਜ ਹੁੰਦਾ, ਉਹਦੇ ਵਿੱਚ ਹਿਸਾਬ ਨਾਲ ਹੀ ਚੱਲਿਓ। ਤੋਨਾ ਨਾ ਚਾੜ ਲਿਓ ਕਿ ਹੁਣ ਇੰਡੀਆ ਗਏ ਆ, ਹੁਣ ਲੈ ਆਈਏ।
जिन्ना तुहाडा समान तुहानूं चाहीदा आउण लई वापस उन्ना की रखो। बैग हल्का रखोगे, वधिया रखोगे, चैकिंग तुहाडी ईजी होगी। नहीं तो उत्थे क्यूज़ अगे ही एयरपोर्ट दे विच, होर ना तुसीं रह जिओ ते होर ना तुसीं 4 टैची लै जिओ तो फिर उत्थे फिर पिंड भेजण नूं कोई ਉਹਦਾ साधन नहीं हैगा। ਜਿਹੜੇ ਲੈ ਕੇ ਆਏ ਉਹ ਤੁਹਾਡੇ ਟੈਚੀ ਨਹੀਂ ਜਾਣ ਛੱਡਣੇ ਉਹਨਾਂ ਨੇ ਪਿੰਡ ਮੁੜ ਕੇ, ਜਾਂ ਸੂਟ ਫੜਾਈ ਭਰ ਲਓ ਉਹਨੂੰ ਆਹ ਲੈ ਗਏ ਅਸੀਂ ਵਾਧੂ। ਉਹ ਤੁਸੀਂ ਹਿਸਾਬ ਨਾਲ ਲੈ ਕੇ ਆਇਓ ਜਿੰਨਾ ਤੁਹਾਡਾ ਹੈ, ਘਰੋਂ ਹੀ ਜੋਖ ਕੇ ਆਇਓ। ਟੈਚੀ ਰੱਖੋ ਬੰਦ ਤੇ ਤਿਆਰ, ਫੋਨ ਰੱਖੋ ਚਾਰਜ ਤੇ ਔਨ, ਕਿਉਂਕਿ ਤੁਹਾਨੂੰ ਫੋਨ ਕਦੋਂ ਵੀ ਆ ਸਕਦਾ ਹੈ ਜੇ ਤੁਸੀਂ ਵੇਟ ਲਿਸਟ 'ਤੇ ਹੈਗੇ। ਦੈਟਸ ਰੀਅਲੀ ਇੰਪੋਰਟੈਂਟ ਇਸ ਚੀਜ਼ ਦਾ। ਬਾਕੀ ਜਿਹੜੇ ਲੋਕ ਆਏ ਆ, ਬਹੁਤ ਲੋਕ ਆ ਗਏ ਐਂਡ ਉਹ ਸੁਰੱਖਿਅਤ ਆ। ਬਹੁਤਿਆਂ ਨੇ ਇਹੀ ਕਿਹਾ ਕਿ ਜੀ ਠੀਕ ਸੀ, ਬਹੁਤ ਵਧੀਆ ਸੀ, ਅਸੀਂ ਆ ਗਏ, ਇੰਨਾ ਬਹੁਤ ਆ। ਕੁਛ ਲੋਕ ਜੀ ਆਪਣੀ ਵਿਜ਼ਡਮ ਦੇ ਵਿੱਚ, ਅਕਲ ਦੇ ਵਿੱਚ, ਬਦ ਅਕਲੀ ਦੇ ਵਿੱਚ ਨਿੰਦਣ ਲੱਗ ਪਏ ਉਹਨਾਂ ਨੂੰ ਕਿ ਜੀ ਬਹੁਤ ਹੈ, ਸਾਨੂੰ ਪੁੱਛਿਆ ਨਹੀਂ ਸਰਵਿਸ। ਕਿ ਮੇਰੀ ਮਾਮਿਓ ਇਹ ਬਿਜ਼ਨਸ ਕਲਾਸ ਦੀ ਫਲਾਈਟ 'ਤੇ ਚੱਲੇ ਆ, ਲਾਸ ਵੇਗਸ ਦੀ ਟੂਰ 'ਤੇ ਚੱਲੇ ਆ। ਇੱਕ ਤਾਂ ਤੁਸੀਂ ਇੰਡੀਆ ਫਸੇ ਹੋ ਆ, ਦੂਜੀ ਇਹਨਾਂ ਨੇ ਖੜੇ ਪੈਰ ਬੰਦੋਬਸਤ ਕਰਕੇ ਤੁਹਾਨੂੰ ਮੁੜ ਕੇ ਲੈ ਕੇ ਆਏ। ਤੁਸੀਂ ਸ਼ੁਕਰ ਕਰੋ ਪਹੁੰਚ ਗਏ। ਇਹ ਵੀ ਕਹਿ ਸਕਦੇ ਸੀ stay out there, it's got nothing to do with us, sorry, you didn't ask us before going. So don't use the service and then say sorry, it was bad. This isn't a luxury flight you're boarding, it isn't a holiday, this is a rescue flight organised by the government because it feels compelled to help you because you hold a passport of their country. They could easily just turn around, and there's a lot of countries who've turned around and said, actually, we're not going to help our citizens. You're just going to have to stay there. They could have said that. You didn't ask them before going there. Yeah. So they put in their travel advice, don't go. I came back on the 6th and I told everyone don't go. So if you're back, then stop moaning about it. About how, oh, we were treated like this and we happened like this, oh, there was loads of people on the flight. What do you want them to do? Yeah, they're here to get you back home because you lot were screaming there. ਤੁਸੀਂ ਇੱਥੋਂ ਵੀ ਰੋਂਦੇ ਗਏ, ਉੱਥੇ ਵੀ ਰੋਂਦੇ ਸੀ, ਹੁਣ ਫੇਰ ਇੱਥੇ ਰੋਂਦੇ ਆ ਗਏ। ਉਹੀ ਕਈ ਬੰਦੇ ਨਾ ਜੰਮਦੇ ਵੀ ਰੋਂਦੇ ਆ ਤਾਂ ਮਰਦੇ ਵੀ ਰੋਂਦੇ ਹੀ ਆ। ਸੋ ਇਹ ਤਾਂ ਤੁਸੀਂ ਸ਼ੁਕਰ ਕਰੋ, ਥੈਂਕ ਯੂ ਕਰੋ ਕਿ ਹਾਂ ਲੈ ਆਏ ਇਹ। ਮੈਂ ਤੁਹਾਨੂੰ ਅੱਗੇ ਦੱਸਿਆ ਕਿ ਮੇਰਾ ਫਰੈਂਡ ਦਾ ਡੈਡੀ ਆਇਆ, ਤੁਹਾਨੂੰ ਮੈਂ 2 ਹਫ਼ਤੇ ਪਹਿਲਾਂ ਦੱਸ ਕੇ ਆਇਆ, ਖੜੇ ਪੈਰ, ਲਾਸਟ ਫਲਾਈਟ ਸੀਗੀ ਇੰਡੀਆ ਤੋਂ ਲੀਵ ਕਰ ਰਹੀ, ਕੈਟਰ ਏਅਰਵੇਜ਼, 250 ਪਾਉਂਡ ਦਿੱਤੇ ਹੁਣ, 2,800 quid for an economy flight. ਕਿੰਨੇ 2-3 ਨੂੰ ਤਾਂ ਹੁਣੇ ਸਾਹ ਚੜ ਗਿਆ, ਸਾਹ ਨਾ ਚੜਾ ਲਿਓ ਫਿਰ ਨਾ ਕਿਉਂਕਿ ਕਰੋਨਾ ਤੋਂ ਬਚ ਗਏ, ਹਰਜਾਪ ਨੇ ਮਾਰ ਦਿੱਤਾ ਪ੍ਰਾਈਸ ਸੁਣਾ ਕੇ। Yeah, 2,800 quid he paid, and there's so many more talking about you. We paid 2,200, we paid 1,800 to come back. Yeah, they're on commercial airlines, so you're lucky if you're paying 500-600 quid, not even that, 500 quid, and you're coming back. You get a flight back in this sort of situation when planes shouldn't even be going. So you're lucky. So appreciate karida thoda ya. The government are doing their best. ਇਹਨਾਂ ਨੇ ਸਾਰਾ ਤਕਰੀਬਨ ਲਾਇਓ ਜਿੰਨਾ ਜ਼ੋਰ ਹੈਗਾ ਆ, ਹੁਣ ਤੁਹਾਡੇ ਲਈ ਇੰਨਾ ਫਲਾਈਟਾਂ ਰੱਖ ਰਹੇ ਆ। ਜਾਂ ਹੁਣ ਇਹਦਾ ਕਸੂਰ ਨਹੀਂ, ਇਹਨਾਂ ਦਾ ਕਸੂਰ ਨਹੀਂ ਕਿ ਤੁਸੀਂ ਵਿਆਹ ਫਰਵਰੀ ਮਾਰਚ 'ਚ ਜਾਣਾ, ਜਾਂ ਤੁਸੀਂ ਖੰਡ ਪਾਠ 'ਤੇ ਗਏ ਆ, ਜਾਂ ਤੁਸੀਂ ਜੀ ਜਗਰਾਤੇ 'ਤੇ ਗਏ ਹੋ ਇੰਡੀਆ, ਜਾਂ ਤੁਹਾਡੇ ਜ਼ਮੀਨ ਦਾ ਕੇਸ ਸੀਗਾ ਚੱਲਦਾ, ਜੇ ਤੁਸੀਂ ਰਿਸ਼ਤਾ ਕਰਨ ਗਏ ਆ। It's not their fault. That's not their problem. They're helping you out. And ਉਹਦਾ appreciation ਕਰੀਦਾ। ਹਾਂ, ਜੇ ਕੋਈ ਹੱਥ ਫੜਾਉਣਾ ਤਾਂ ਮੋਢਿਆਂ 'ਤੇ ਨਹੀਂ ਚੜ੍ਹ ਜਾਈਦਾ। That's hopefully cleared that up. I see a lot of negativity out there. And I feel sorry for them. I feel sorry for Jan and her team. They have to put up with all this negativity, people acting as if they're their bosses. I'm like, hold on, are you my boss? No. Do you pay my wage? No. So, yeah, did you ask me before going? No. We told you not to go. You still went, didn't you? Yep. Well, there you go. What do you expect? So you want my help, yeah? Yeah. And you're having a go at me. So, ਥੋੜ੍ਹਾ ਸਬਰ ਕਰੀਦਾ, ਪੇਸ਼ੈਂਸ ਕਰੀਦਾ, ਇਹ ਸਾਰਿਆਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰੋਗੇ। ਇਹਨਾਂ ਨੇ 20 ਤਰੀਕ ਤੱਕ ਹੁਣ ਦੇ ਦਿੱਤਾ। And I guarantee now, still some people are going, oh, ਸਾਨੂੰ ਤਾਂ ਪਤਾ ਨਹੀਂ ਲੱਗਾ,
ਸਾਨੂੰ ਤਾਂ ਪਤਾ ਨਹੀਂ ਸੀ। 20 ਤਰੀਕ ਤੋਂ ਇਹਨਾਂ ਨੇ they're going to try and find out exactly how many people are out there, and then they're going to arrange a mass sort of repatriation and bring people back. ਫਿਰ ਇਹ ਭੇਜੂਗੇ ਜਹਾਜ਼, ਪਰ ਇਹਨਾਂ ਨੂੰ ਪਤਾ ਤਾਂ ਲੱਗੇ ਕਿ ਬੰਦੇ ਕਿੰਨੇ ਆ। So they're working in the way they can. Appreciate ਕਰੀਦਾ ਕਿਸੇ ਨੂੰ। ਹਾਂਜੀ, that was that। ਹੁਣ ਅਗਲੇ ਸੈਗਮੈਂਟ ਦੇ ਵਿੱਚ ਤੁਹਾਨੂੰ ਮੈਂ ਕਲਿੱਪ ਦਿਖਾਊਂਗਾ ਡਾਕਟਰ ਸਾਹਿਬ ਦੀ, ਜੋ ਉਹਨਾਂ ਨੇ ਪੰਜਾਬੀ 'ਚ ਤੁਹਾਡੇ ਲਈ ਐਡਵਾਈਸ ਦਿੱਤੀ ਹੈ ਤਾਂ ਅਪਡੇਟ ਦਿੱਤੀ ਹੈ ਕਿ ਜੀ ਕੀ ਹੋ ਰਿਹਾ ਕੀ ਨਹੀਂ ਅੱਜ ਕੱਲ੍ਹ ਦੇ ਹਸਪਤਾਲਾਂ 'ਚ ਅਤੇ ਸਰਜਰੀਆਂ ਦੇ ਵਿੱਚ, ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ। ਸੋ ਇਹਦੇ ਵਿੱਚ ਤੁਸੀਂ ਧਿਆਨ ਦਿਓ ਕਿ ਉਹ ਵੀ ਆਪਣਾ ਕੀਮਤੀ ਟਾਈਮ ਕੱਢਦੇ ਆ ਡਾਕਟਰ ਲਈ ਜੀ। ਇਸ ਵੇਲੇ 10 ਮਿੰਟ ਕੱਢਣੇ ਵੀ ਔਖੇ ਹੋਏ ਹੋ ਆ। ਅਗਲੇ ਸਾਰਾ ਦਿਨ ਕੰਮ ਕਰਦੇ ਆ, ਟੋਲਟ ਵੀ ਨਹੀਂ ਜਾਂਦੇ, ਅਤੇ ਤੁਹਾਡੇ ਲਈ ਜੇ ਉਹਨਾਂ ਨੇ 10-15 ਮਿੰਟ ਕੱਢੇ ਆ, ਐਂਡ ਇਟਸ ਵੈਲ ਵਰਥ ਇਟ। ਵਾਚ ਕਰਿਓ ਅਤੇ ਖਾਣੇ 'ਚ ਗੱਲ ਪਾ ਲਿਓ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹਾਂਜੀ, ਵੈਲਕਮ ਬੈਕ ਟੂ ਦ ਸ਼ੋ। ਹੁਣ ਤੁਸੀਂ ਜੋ ਹੈਗੇ ਆ ਡਾਕਟਰ ਮਨਪਿੰਦਰ ਸੋਤਾ, ਜੋ ਗ੍ਰੇਵਜ਼ਨ ਦੇ ਵਿੱਚ ਬੇਸਡ ਹੈਗੇ ਆ, ਸਾਡੇ ਬਚਪਨ ਦੇ ਦੋਸਤ ਵੀ ਆ, ਅਤੇ ਉਹਨਾਂ ਦੀ ਤੁਸੀਂ ਕਲਿੱਪਸ ਦੇਖੋ ਅਤੇ ਦੇਖੋ ਕੀ ਤੁਹਾਨੂੰ ਲੇਟੈਸਟ ਅਪਡੇਟ ਕਰ ਰਿਹਾ ਕਿ ਕੀ ਹੋ ਰਿਹਾ ਕੀ ਨਹੀਂ, ਡਾਕਟਰ ਨਰਸਿਸ ਕੀ ਕਰ ਰਿਹਾ। ਵੈਸੇ ਇੱਕ ਵਾਰੀ ਅਸੀਂ ਉਹਨਾਂ ਨੂੰ ਸ਼ਾਬਾਸ਼ੀ ਦੇ ਦਈਏ, ਡਾਕਟਰਾਂ ਨੂੰ ਅਤੇ ਨਰਸਾਂ ਨੂੰ, ਜੋ ਕਿ ਆਪਣੀ ਲਾਈਫ ਖਤਰੇ 'ਚ ਪਾ ਕੇ ਜੀ ਰੋਜ਼ ਡਿਊਟੀ 'ਤੇ ਜਾਂਦੇ ਆ। ਆਪਾਂ ਤਾਂ ਘਰ ਬੈਠੇ ਆ ਨਾ, ਕਿਉਂਕਿ ਸਾਡਾ ਘਰ ਬਹਿ ਕੇ ਸਰਦਾ ਆ। ਉਹਨਾਂ ਨੂੰ ਜਾਣਾ ਪੈਂਦਾ ਕਿ ਗੌਰਮੈਂਟ ਕਹਿੰਦੀ ਤੁਹਾਨੂੰ ਆਉਣਾ ਪੈਂਦਾ। ਹੁਣ ਤਾਂ ਜਿਹੜੇ ਰਿਟਾਇਰ ਵੀ ਹੋਏ ਹੋ ਆ, ਉਹਨਾਂ ਨੂੰ ਵੀ ਮੁੜ ਕੇ ਸੱਦ ਲਿਆ ਇਹਨਾਂ ਨੇ ਕਿ ਜੀ ਆਓ ਅਤੇ ਹਸਪਤਾਲਾਂ 'ਚ ਹੈਲਪ ਕਰੋ, ਔਰ ਉਸ ਦੇ ਵਿੱਚ ਬਹੁਤਿਆਂ ਦੀ ਜਾਨ ਗਈ ਆ। 15 ਤੋਂ ਲੈ ਕੇ ਮੇਰਾ ਖਿਆਲ 15 ਤੋਂ ਵਾਧੂ ਡਾਕਟਰ ਔਰ ਨਰਸਾਂ ਪੂਰੀਆਂ ਹੋ ਚੁੱਕੀਆਂ ਇਸ ਵੇਲੇ, ਬਚਾਉਂਦੇ ਸਾਡੇ ਵਰਗਿਆਂ ਨੂੰ। ਤਾਂ ਹੀ ਐਵਰੀ ਵੀਰਵਾਰ ਇਹ ਬਾਹਰ ਆ ਕੇ ਤਾੜੀ ਮਾਰ ਦੇਣ ਵਾਲੇ, ਉਹ ਤਾਂ ਮਾਰਦੇ ਆ ਜੀ ਤਾਂ ਕਿ ਇਹਨਾਂ ਨੂੰ ਹੌਸਲਾ ਪਵੇ। ਉੱਦਾਂ ਜੇ ਹੌਸਲਾ ਦੇਣਾ ਤਾਂ ਇਹਨਾਂ ਦੀ ਪੇ ਵੀ ਵਧਾ ਸਕਦੇ ਆ, ਪਰ ਉਹ ਇਹ ਗੌਰਮੈਂਟ ਕਰ ਨਹੀਂ ਰਹੀ। ਉਹ ਪਿਛਲੇ 10 ਸਾਲਾਂ ਤੋਂ ਕਹਿੰਦੀ ਨਹੀਂ ਅਸੀਂ ਕਰਨੀ ਨਹੀਂ। ਹੁਣ ਇਹਨਾਂ ਨੇ ਬੈਜ ਦੇਣਾ ਇਹਨਾਂ ਨੂੰ। ਬੈਜ 9 ਪਾਉਂਡ ਦਾ ਹੈ ਜੀ, ਇਹਨਾਂ ਦੀ ਤਨਖਾਹ ਮਿਨੀਮਮ 8 ਪੌਂਡ 75 ਦੀ। ਦਿਮਾਗ ਦੇਖ ਲਓ। ਗੌਰਮੈਂਟ ਯਾਨੀ ਕਹਿੰਦੀ ਇਹਨਾਂ ਦੀ ਤਨਖਾਹਾਂ ਨਹੀਂ ਵਧਾਉਣਾ, ਪਰ ਇਸ ਤੋਂ ਬਾਅਦ ਗੱਲਬਾਤ ਹੋਊਗੀ ਇਹਨਾਂ ਦੀ ਤਨਖਾਹਾਂ ਦੇ ਵਿੱਚ। ਤਾਂ ਜੇ ਤਨਖਾਹਾਂ ਦੇ ਹੱਕਦਾਰ ਤਾਂ ਇਹ ਆ ਜੀ ਜਿਹੜੇ ਮਰਨ ਜਾਂਦੇ ਰੋਜ਼, ਇਹਨਾਂ ਕੋਲ ਤਾਂ ਇਹਨਾਂ ਦੀ ਜੋਬ ਆ। ਸੋ if you do work, and I know a lot of viewers, you do work for the NHS and you do work in the healthcare sector and you do work as key workers. So I have nothing but gratitude and respect for you. Nothing but gratitude and respect. The utmost. Yeah, you've got families as well. ਜਿਹੜੇ ਜਾਂਦੇ ਆ ਜੀ, ਇਹਨਾਂ ਦੇ ਵੀ ਫੈਮਲੀਆਂ ਹੈਗੀਆਂ, ਇਹਨਾਂ ਦੇ ਵੀ ਬੱਚੇ, ਇਹਨਾਂ ਦੇ ਵੀ ਮਾਪੇ ਆ, ਸਾਡੇ ਵਰਗੇ ਘਰਾਂ 'ਚੋਂ ਹੀ ਆਉਂਦੇ ਆ। ਸੋ ਇਹ ਬਹੁਤ ਰਿਸਪੈਕਟ ਦੇ ਹੱਕਦਾਰ ਹੈ। ਉਹੀ ਮੈਂ ਜਿਹੜੀ ਗੱਲ ਬ੍ਰੇਕ ਤੋਂ ਪਹਿਲਾਂ ਕਹੀ ਸੀ, ਜੇ ਕੋਈ ਮਦਦ ਕਰਦਾ ਤਾਂ ਉਹਦੀ ਰਿਸਪੈਕਟ ਕਰੀਦੀ ਹੈ, ਉਹਦੀ ਇੱਜ਼ਤ ਕਰੀਦੀ ਹੈ, ਨਾ ਕਿ ਬਹਿ ਕੇ ਟਵਿੱਟਰਾਂ 'ਤੇ ਫੇਸਬੁੱਕਾਂ 'ਤੇ ਯੂਟਿਊਬ 'ਤੇ ਬਹਿ ਕੇ ਕਮੈਂਟ ਮਾਰੀਦੇ ਆ। ਆ ਜਿਹੜੀ ਤੁਸੀਂ ਇੰਟਰਨੈਟ ਸੂਰਮੇ ਬਣੇ ਹੋ ਨਾ, ਇਹ ਤਾਂ ਕੋਈ ਗੱਲ ਨਹੀਂ ਹੈ, ਨਿਕਲ ਜਾਣਾ ਇਹ ਵੀ। ਤੁਸੀਂ ਹੈ ਹੀ ਇੰਨੇ ਜੋਗੇ। ਜਿਹੜਾ ਕਿਸੇ ਆਈਡੈਂਟਿਟੀ ਪਿੱਛੇ ਛੁਪ ਕੇ ਨਾ ਕੋਈ ਕਮੈਂਟ ਮਾਰਦਾ, ਸਭ ਤੋਂ ਘਟੀਆ ਬੰਦਾ ਉਹ ਆ। ਇੱਕ ਤਾਂ ਡਰਪ ਹੋ ਗਿਆ ਜੀ, ਇੱਕ ਤਾਂ ਫੁੱਲ ਆਫ ਨੈਗੇਟਿਵਿਟੀ ਆ, ਇੱਕ ਕਾਇਰ ਆ ਜੀ, ਉਹ ਸਾਹਮਣੇ ਆ ਨਹੀਂ ਸਕਦਾ, ਇੱਕ ਉਹ ਬੇਈਮਾਨ ਆ, ਸ਼ੈਤਾਨ ਆ। ਇੰਨੇ ਸਾਰੇ ਉਹਦੇ 'ਚ ਇੱਕੋ ਜਿਹੇ 'ਚ ਆ। ਬਾਕੀ ਜਿਹੜੇ ਕੁਛ ਹੋਰ ਵੀ ਉਹਦੇ 'ਚ ਕੁਆਲਿਟੀਆਂ ਹੈਗੀਆਂ, ਪਰ ਉਹ ਮੈਂ ਕਹਿ ਨਹੀਂ ਸਕਦਾ ਇਸ ਵੇਲੇ। ਉਹ ਕਿਤੇ 9 ਵਜੇ ਤੋਂ ਬਾਅਦ ਸ਼ੋਅ ਕਰਾਂਗੇ ਤਾਂ ਕਵਾਂਗੇ ਉਹਨਾਂ ਨੂੰ, ਬਹੁਤ ਉਹਨਾਂ ਨੂੰ ਵੀ ਬੈਜ ਮਿਲੂਗਾ ਜੀ, ਬਣਾ ਕੇ ਦੇਵਾਂਗਾ। ਸੋ ਕੋਈ ਤੁਹਾਡੇ ਲਈ ਫ੍ਰੀ 'ਚ ਕੰਮ ਕਰਦਾ ਅਤੇ ਤੁਹਾਡੇ ਲਈ ਜੋ ਕਰਦਾ ਹੈ, ਤੁਹਾਡੀ ਜਾਨ ਬਚਾਉਂਦਾ ਆ, ਤਾਂ ਉਹਦੀ ਰਿਸਪੈਕਟ ਕਰੀਦੀ ਹੈ। ਜੇ ਤਾਂ ਉਹਦਾ ਕਹਿਣਾ ਮੰਨ ਲਈਦਾ ਕਿ ਉਹ ਤੁਹਾਡੇ ਫਾਇਦੇ ਲਈ ਕਰਦਾ, ਨਹੀਂ ਤਾਂ ਘਰ ਬੈਠਣਾ ਉਹਨੂੰ ਵੀ ਆਉਂਦਾ। ਚਲੋ ਡਾਕਟਰ ਸਾਹਿਬ ਦੀ ਕਲਿੱਪਾਂ ਦੇਖੋ। ਮੈਂ ਤੁਹਾਨੂੰ ਮਿਲੂੰਗਾ ਅਗਲੇ ਵੀਕ ਵਿਦ ਦ ਲੇਟੈਸਟ ਅਪਡੇਟਸ। ਹੋਪਫੁਲੀ ਸਾਰਾ ਕੁਛ ਠੀਕ ਹੋ ਜਾਵੇ। ਹੁਣ ਲੋਕ ਪੁੱਛਦੇ ਇਮੀਗ੍ਰੇਸ਼ਨ ਬਾਰੇ ਦੱਸੋ। ਹੁਣ ਇਮੀਗ੍ਰੇਸ਼ਨ ਬਾਰੇ ਕੀ ਦੱਸੀਏ, ਸਾਰਾ ਕੁਛ ਤਾਂ ਬੰਦ ਹੋਇਆ। ਇੱਥੇ ਵਾਇਰਸ ਚੱਲਣ ਦੇ, ਲੋਕ ਮਰਨ ਦੇ। ਤੁਹਾਡੇ ਵੀਜ਼ੇ, ਮੇਰੇ ਮਾਮੀ ਦੀ ਕੁੜੀ ਹੈ ਨਾ ਹਰਜਾਪ ਰਹਿੰਦੀ ਉੱਥੇ ਇੰਡੀਆ 'ਚ, +2 ਕੀਤੀ ਆ ਬਿਊਟੀ ਪਾਰਲਰ ਦਾ ਕੋਰਸ। ਹਾਂ, ਉਹ ਕਿੱਦਾਂ? ਫਿਲਹਾਲ ਤਾਂ ਇੰਡੀਆ ਹੀ ਰਹਿਣ, ਉੱਥੇ ਬਿਊਟੀਆਂ ਕਰੀ ਜਾਣ ਜੋ ਜਿਹੜੀਆਂ ਕਰਨੀਆਂ ਉਹਨਾਂ ਨੇ। ਹਾਂ, ਘਰ ਮੰਮੀ ਹੋਣੀ ਉੱਥੇ ਮੇਕਅਪ ਲਾਈ ਜਾਵੇ।
सो हले कृपा करो, हले सारा कुछ बंद पिया आ। तर इन्ना ही बहुत आ। अकल भारती दी हुंदी जी इस टाइम च, अकल तो सियाणप दो चीज़ां जे है नहीं अपने कोल तो किसी तो वरत ली दी, किसी तो पुछ लीदा, किसी अकलमंद नूं पुछ लीदा, किसी सियाणे नूं पुछ लीदा। सो टाइम देख लीदा हुंदा। चलो बाकी ਜਿਹੜੇ मैं अगे क्या ਜਿਹੜੇ लोगों के वीज़े खत्म हो रहे आ या किदां, उन्हां लई तां हले सर्विस हैगी आ, चलदी आ, उन्हां लई तां सारे बैठे ही आ। सो दफ्तर खुला है इस चीज़ां करके, ਉਹਦੇ ਵਿੱਚ ਤਾਂ फ़ोन करके जिद्दां अगे वीज़े ਵਧਾਉਣੇ उदां ही ਵਧਾ सकते हैं जी, ਉਹਦੇ ਵਿੱਚ प्रॉब्लम वाली गल नहीं। चलो डॉक्टर मनपिंदर दी देखिए जी क्लिपां कि की कहंदे की नहीं, तो बाकी जिद्दां मैं कहा मैं तुहानूं मिलूंगा अगली वीक। मेरे वालों तुहानूं सारिआं नूं सत श्री अकाल। Thank you, Harjap, for inviting me on your show and talking about the coronavirus and this important medical advice that I'm going to give everyone. My name is Dr. Sahota from Gravesend, and I've been a GP for over 20 years. I try and speak in a Punjabi and English. My Punjabi is not the best, so please bear with me. So the main thing is that I start with the basic advice. Je thanu taap hunda, temperature, नाले टेंपरेचर जरूरी मेजर करना है, मोर देन 37.8 होना चाहिए। जे ताप आ, जे खंघ आ, नाले जे थोड़ी स्मैल चल गई आ, फिर ये भी इंपोर्टेंट है, तुसी 7 दिन लई घर रहना है। पर जे थोड़े फैमिली मैंबर आ, वो 14 दिन लई रहना है। नाले एक होर गल काफ़ी इंपोर्टेंट है, ਤੁਹਾਨੂੰ है ना वायरस हो सकता ਜਿਹੜਾ करोना वायरस, पर कोई सिम्पटम नहीं हो सकते। ताही ये जी सोशल डिस्टेंसिंग बहुत इंपोर्टेंट है, बिकॉज करोना वायरस काफ़ी लोगों को हो गया है पर उन्होंने पता नहीं, बिकॉज कोई सिम्पटम नहीं हुए। फिर ये बहुत जरूरी है अपने मम्मी डैडी को हग नहीं करना, बिकॉज स्टिल काफ़ी डेंजरस है, हजे 2-3 वीक स्टिल वेरी डेंजरस है पीरियड। राइट, होर की मैं कहना सीगा, ये ਜਿਹੜੇ मेन सिम्पटम करोना वायरस ਦੇ एक ताप आ, एक खंघ आ। खंघ सुक्की भी हो सकती है, खंघ रेशा भी हो सकती है। इन्ना बंदा टायर्ड हो जाता, साह हो जाता, नाले थोड़े मसल दुखन लग पैंदे आ, सो थ्रोट भी हो सकता, हेडेक भी हो सकता, नाले जिंदा मैं तुहानूं कहा अपनी जी स्मैल आ वो भी जा सकती है। जे थोनू है ना वायरस माइल्डली हो गया, थोड़ा जिहा थोड़ा जो ताप आ 4-5 दिन तो बाद सैटल हो जाना, नाले हफ्ते तो बाद तुसी ठीक हो जाना है। पर हो सकता हफ्ते तो बाद खंघ स्टिल हो सकती है, पर तुसी आप ठीक होंगे। जे स्टिल खंघ होंदी है फिक्र ना करो, पर ताप चल जाए 7 दिन तो बाद। जे थोनू करोना वायरस ज़्यादा सवेर आ, यह जिहड़ा साह चढ़ जाता, पर यूजली 7 दिन तो बाद चढ़ जाता। जे 7 दिन तो बाद थोड़ा साह चढ़ता आ, नाले तुसी इन्ना साह ज़्यादा आ तुसी बोल नहीं सकते, फिर तुसी प्लीज़ 999 कॉल करो। फिर यह हो सकता करोना वायरस एक डेंजर पीरियड आ। नाले मैं थानू चाहता नहीं डरने नूं, पर 1/3 of patient hospital ਦੇ ਵਿੱਚ ਹੈਗੇ black or Asian ethnic minority ਦੇ, ਤਾਂ ਹੀ ਸਾਡੇ ਲੋਕਾਂ ਲਈ even more ਜ਼ਰੂਰੀ ਇੰਪੋਰਟੈਂਟ ਹੈ। ਸਾਨੂੰ ਪਤਾ ਨਹੀਂ ਕਾਹਤੇ ਇਹਦਾ ਇੰਡੀਅਨ ਨਾਲੇ ਅਫਰੀਕਨ ਅਮਰੀਕਨ ਤੋਂ ਜ਼ਿਆਦਾ ਇਹ ਵਾਇਰਸ ਇਫੈਕਟ ਕਰਦਾ, ਪਰ ਇਹ ਹੈਗਾ ਸਾਡੇ ਲਈ ਕਾਫੀ ਡੇਂਜਰਸ ਆ। ਤੁਹਾਨੂੰ ਘਰ ਹੋਣਾ ਚਾਹੀਦਾ, ਘਰ ਤੁਹਾਨੂੰ ਹੋਣਾ ਚਾਹੀਦਾ ਥਰਮੋਮੀਟਰ, ਇੱਕ ਬਲੱਡ ਪ੍ਰੈਸ਼ਰ ਦੀ ਮਸ਼ੀਨ, ਨਾਲੇ ਜੇ ਤੁਸੀਂ ਲੈ ਸਕਦੇ ਆ ਐਮਾਜ਼ਨ ਤੋਂ ਇੰਟਰਨੈਟ ਤੋਂ ਇੱਕ ਪਲਸ ਆਕਸੀਮੀਟਰ। ਉਹ ਪਲਸ ਆਕਸੀਮੀਟਰ ਕਾਫੀ ਇੰਪੋਰਟੈਂਟ ਹੈ, ਉਹ ਤੁਹਾਡੀ ਉਂਗਲੀ ਦੇ ਉੱਪਰ ਹੁੰਦਾ, ਉਹ ਨਾਲੇ ਤੁਹਾਨੂੰ ਦੱਸਦਾ ਤੁਹਾਡੀ ਆਕਸੀਜਨ ਲੈਵਲ ਕੀ ਆ। ਜੇ ਆਕਸੀਜਨ ਲੈਵਲ 94% ਤੋਂ ਥੱਲੇ ਆ ਫਿਰ ਡੇਂਜਰਸ ਆ, ਜੇ 94% ਤੋਂ ਉੱਪਰ ਆ ਫਿਰ ਠੀਕ ਆ। ਇਹ ਤੁਹਾਨੂੰ ਤੁਸੀਂ ਆਪਣੇ GP ਨੂੰ ਦੱਸ ਸਕਦੇ ਆ ਤੁਹਾਡੀ ਆਕਸੀਜਨ ਲੈਵਲ। ਜਦੋਂ ਤਾਪ ਚੜ੍ਹਦਾ ਆ, ਇਹ ਹੈਗਾ ਤੁਹਾਡਾ ਨੈਚੁਰਲ ਰਿਸਪੌਂਸ, ਤੁਹਾਡੀ ਬੋਡੀ ਇਨਫੈਕਸ਼ਨ ਫਾਈਟ ਕਰਦੀ ਆ।
नाले फिर जे थानू ज़्यादा दर्द नहीं हुंदा ये जरूरी नहीं पैरासीटामोल जे आईबूप्रोफेन खाना नाले जिहड़ा लेटेस्ट एविडेंस आ तुसी आईबूप्रोफेन खा सकते हैं कोई डेंजर नहीं है पर पैरासीटामोल तुसी पहला खाओ पर जे थानू लोड़ नहीं हैगी प्लीज़ नहीं खाओ बिकॉज ये ताप इंपोर्टेंट है इन्फेक्शन नू फाइट करना जे नाले थानू खंघ ज़्यादा आ तुसी ट्राई करो अपने पिछे ते नहीं लाए करना जो तुसी बैड नू जांदे आ यह खंघ ज़्यादा हो जाती है राइट एक होर थानू एडवाइस ना जे तुसी अपने जीपी नू फोन करना जे 111 नू फोन करना जे स्पैशली जे थोड़ी ऑक्सीजन थोड़ी घट हुई है 94% आ जे थोड़ा डिसीजन हैगा आ तुसी हॉस्पिटल नहीं जाना तुसी एंटीबायोटिक अपने जीपी तो नाले 111 तो लियाओ बिकॉज काफ़ी लोगों नू जिंदा होर इन्फेक्शन निमोनिया हो जाता है राइट ये ना जेडे थोड़े जे ग्रुप आ जेडे जरूरी आ वो घर बिल्कुल बाहर नहीं जा सकते थानू गवर्नमेंट ने टैक्सट भेजा होना जे लैटर भेजा होना उन्होंने शील्डिंग कहते हैं वो तो घर के 12 वीक लिए रहना हो सकता थोड़ी लंग की प्रॉब्लम आ हार्ट की प्रॉब्लम किडनी की आ जे थोड़े दवाइयां जी बीमारी ले लेंदे वो भी काफ़ी स्ट्रोंग हो सकती पर गवर्नमेंट ने थानू चिट्ठी भेजनी आ सारियां नू नहीं चिट्ठी आई पर जे थानू चिट्ठी नहीं आई तुसी अपने जीपी तो चिट्ठी ले सकते हैं ये चिट्ठी ना तुसी है ना फिर जो शॉपिंग करनी है ऑनलाइन थानू प्रायोरिटी शॉपिंग मिलूगी जे उस थानू वायरस का मैं दसना वायरस का कार्डबोर्ड के उपर 24 घंटे तो लैस सर्वाइव होंदा है फिर जे कोई है ना पार्सल एमेजन तो पार्सल होवे ट्राई करो तुसी एक दिन लिए पार्सल नहीं चकना प्लास्टिक के उपर यह वायरस 72 आवर 10 दिन सर्वाइव हो सकता फिर थोड़ी दो ऑप्शन है तुसी आइदर जेडे अपनी जेडे प्लास्टिक है तुसी सोप ना पानी ना तुसी साफ कर सकते हैं नहीं तो तुसी 10 दिन तुसी गैरेज रख के फिर बाद चक सकते हैं एक होर हम थोड़ी अनदर वेरी इंपोर्टेंट मैसेज मैं थोड़ा सारे दसना आ काफ़ी लोग डरदे हॉस्पिटल नहीं जाते जे चैस्ट पेन आ जे न्याणा बीमार आ पर यह नाले काफ़ी लोग घर उन्होंने बीमारी ज़्यादा हो जाती है कंसल्टेंट ने मैनू फोन किया लोगों ने जिंदा हार्ट अटैक होंदा आ उन्होंने हार्ट बर्न होंदा पर जीपी कहता तुसी गैविस्कॉन खाओ पर हैगा हार्ट अटैक आ पर जे मैं थोड़ा एडवाइस दिंदा जे तुसी नहीं ठीक बीमार आ हॉस्पिटल उत्थे स्टिल तुसी 999 कॉल करो उत्थे हॉस्पिटल उन्होंने बहुत इन्फेक्शन कंट्रोल मेजर टेक किए थानू डेंजर करोना वायरस उत्थे वार्ड सैपरेट रखे आ फिर जे तुसी बीमार आ प्लीज़ हॉस्पिटल नू फोन करो एक मैनू लोकल हार्ट का डॉक्टर मैनू कहता आ ये तो जिंदा जे थानू रिस्क ऑफ हार्ट थानू हाई रिस्क आ हार्ट डिजीज आ जे थानू शुगर की बीमारी आ थोड़ा भार बढ़िया आ जे तुसी स्मोक करते हैं हाई ब्लड प्रेशर आ और जे जिंदा फैमिली दे विच आ नाले थोड़ी एज मोर देन 40 साल की जे तुसी पहली बारी थानू जिंदा हार्ट बर्न हुंदा आ जिंदा हरजाप नू हार्ट बर्न होया सीगा वो सोचदा सीगा बस ये जस्ट एसिड आ पर जे ये पहली बारी थानू हार्ट बर्न हुंदा नाले जीपी थानू गैविस्कॉन दिंदा आ जे होर गोली दिंदा पर जे वो दवाई ना नहीं असर हुंदा घंटे बाद वो हो सकता थानू हार्ट की प्रॉब्लम आ नाले वो जरूरी आ तुसी 999 कॉल करो जे थानू रिस्क फैक्टर आ हार्ट अटैक का जिंदा हरजाप सीगा ਉਹਨੂੰ ਸੀਗਾ ਰੀਫਲਕਸ ਸੋਚਦਾ ਸੀਗਾ ਮੈਨੂੰ ਬਸ ਐਸਿਡ ਦੀ ਪ੍ਰੋਬਲਮ ਹੈ ਪਰ ਸੀਗਾ ਉਹਨੂੰ ਹਾਰਟ ਅਟੈਕ ਹੁੰਦਾ ਮੈਂ ਅਗੇਨ ਤੁਹਾਨੂੰ ਚਾਹੁੰਦਾ ਨਹੀਂ ਡਰਾਉਣੇ ਨੂੰ ਪਰ ਜੇ ਤੁਹਾਨੂੰ ਰਿਸਕ ਫੈਕਟਰ ਆ ਤੁਹਾਨੂੰ ਜਿੱਦਾਂ ਮੈਂ ਤੁਹਾਨੂੰ ਕਿਹਾ ਸ਼ੂਗਰ ਦੀ ਬਿਮਾਰੀ ਆ ਹਾਈ ਬਲੱਡ ਪ੍ਰੈਸ਼ਰ ਆ ਨਾਲੇ ਪਹਿਲੀ ਵਾਰੀ ਇੱਥੇ ਜੰਗ ਹੋਇਆ ਪੇਨ ਹੁੰਦਾ ਇੱਥੇ ਮਿਡਲ ਦੇ ਵਿੱਚ ਨਾਲੇ ਗੈਵਿਸਕੌਨ ਨਾਲ ਜੀ ਗੋਲੀ ਨਾਲ ਇਹ ਪੇਨ ਜਾਂਦਾ ਨਹੀਂ ਹੈ ਨਾ ਤੁਸੀਂ 999 ਪਲੀਜ਼ ਕਾਲ ਕਰੋ ਹੁਣ ਮੈਂ ਨਿਆਣਿਆਂ ਦੀ ਵੀ ਗੱਲ ਕਰਨਾ
ਕਾਫੀ ਪੇਰੈਂਟਸ ਡਰਦੇ ਆ ਆਪਣੇ ਨਿਆਣੇ ਨੂੰ ਹਸਪੀਟਲ ਨਹੀਂ ਲੈ ਕੇ ਜਾਂਦੇ ਨਿਆਣੇ ਨੇ ਜੇ ਨਿਆਣਿਆਂ ਦੀ ਵਾਰਡ ਆ ਇਹ ਹਸਪੀਟਲ 'ਚ ਕਾਫੀ ਐਮਟੀ ਆ ਪਰ ਇਹ ਕਾਫੀ ਨਿਆਣੇ ਘਰ ਬਿਮਾਰ ਆ ਹੋ ਸਕਦਾ ਅਪੈਂਡਿਸਾਈਟਿਸ ਹੁੰਦਾ ਸ਼ੂਗਰ ਦੀ ਬਿਮਾਰੀ ਉਹਨਾਂ ਨੂੰ ਹੋਈ ਆ ਜੇ ਤੁਹਾਡਾ ਨਿਆਣਾ ਬਿਮਾਰ ਆ ਪਲੀਜ਼ 999 ਕਾਲ ਕਰੋ ਨਹੀਂ ਜੇ ਹਸਪੀਟਲ ਲੈ ਕੇ ਜਾਓ ਜੇ ਆਪਣੇ GP ਨਾਲ ਅਰਜੈਂਟਲੀ ਡਿਸਕਸ ਕਰੋ ਜ਼ਿਆਦਾ ਡਰੋ ਨਾ ਜਿੱਦਾਂ ਮੈਂ ਤੁਹਾਨੂੰ ਕਿਹਾ ਜਿਹੜੇ ਕਰੋਨਾ ਦੇ ਪੇਸ਼ੈਂਟ ਆ ਉਹ ਸੈਪਰੇਟ ਵਾਰਡ ਤੇ ਰੱਖੇ ਆ ਨਾਲੇ ਜਿਹੜੇ ਨਰਸ ਡਾਕਟਰ ਸਾਰੇ ਐਵਰੀਡੇ ਜਾਂਦੇ ਆ ਹਸਪੀਟਲ ਨੂੰ ਤੁਸੀਂ ਹੁਣ ਘਰ ਤੋਂ ਇੱਕ ਐਡਵਾਈਸ ਦੇਣਾ ਪਲੀਜ਼ ਹੈਲਥੀ ਫੂਡ ਈਟ ਕਰੋ